ਸਤਨਾਮ ਵਾਹਿਗੁਰੂ ਸਾਹਿਬ ਜੀ। ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੇ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਹਰਨਾਖਸ ਫਾਰੇ ਕਰ ਆਜ, ਫੁਨ ਦ੍ਰੋਪਤੀ ਲਾਜ ਰਖੀ ਹਰ ਪ੍ਰਭ ਜੀ। ਸ਼ੀਨਤ ਬਸਤਰ ਦੀਨ ਬਹੁ ਸਾਜ, ਸੋਦਾਮਾ ਅਪਦਾ ਤੇ ਰਾਖਿਆ। ਗਨਿਕਾ ਪੜਤ ਪੂਰੇ ਤਿਹ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ। ਰਾਖੋ ਦਾਸ ਪਾਟ ਕੀ ਲਾਜ, ਪੜਿਆ ਕਵਨ ਕੋ ਮਤ ਤੁਮ ਲਾਗੇ। ਬੂਢੋਗੇ ਪਰਵਾਰ ਸਕਲ ਸਿਉ, ਰਾਮ ਨ ਜਪੋ ਅਭਾਗੇ। ਵੇਦ ਪੁਰਾਨ ਪੜ੍ਹੇ ਕੋ ਕਿਆ ਗੁਣ, ਖਰ ਚੰਦਨ ਜਸ ਪਾਰਾ। ਰਾਮ ਨਾਮ ਕੀ ਗਤ ਨਹੀਂ ਜਾਨੀ, ਕੈਸੇ ਉਤਰਸ ਪਾਰਾ। ਜੀ ਬਦਹੋ ਸੋ ਧਰਮ ਕਰ ਥਾਪਹੁ, ਅਧਰਮ ਕਹੋ ਕਤ ਪਾਈ। ਆਪਸ ਕੋ ਮੁਨਿਵਰ ਕਰ ਥਾਪਹੁ, ਕਾ ਕਉ ਕਹੋ ਕੁਸਾਈ। ਮਾਇਆ ਕਾਰਨ ਵਿਦਿਆ ਵੇਚਹੁ, ਜਨਮ ਬਿਰਥਾ ਜਾਈ। ਨਾਰਦ ਬ੍ਰਹਮ ਵਿਸ਼ਨ ਸੁਖ ਨਾਰਦ, ਕੈਸੇ ਪੂਛੋ ਜਾਈ। ਕਹਿ ਕਬੀਰ ਰਾਮ ਨਾਮ ਬਿਨ, ਮੂੜ ਤੁਨੇ ਪਛਤਾਈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਏਹੀ। ਬੇਸੁਮਾਰ ਥਾਹ ਗਨਤ ਤੋਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਕੋਠੀ ਕਾਠ ਕੀ, ਦਹਿ-ਦਿਸ ਲਾਗੀ ਆਗ। ਪੰਡਿਤ ਪੰਡਿਤ ਜਲ ਮੂਏ, ਮੂਰਖ ਉਬਰੇ ਭਾਗ। ਪੰਡਿਤ ਪੰਡਿਤ ਜਲ ਮੂਏ, ਮੂਰਖ ਉਬਰੇ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ
ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਅਪਾਰ ਤਰਸ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਸਾਨੂੰ ਸਭ ਨੂੰ ਸਤਿਗੁਰੂ ਸਾਹਿਬ ਜੀ ਨੇ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਦਰ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤ ਸੰਗਤ ਰੂਪ ਵਿੱਚ ਜੁੜਨ ਦਾ, ਸਤਿਗੁਰੂ ਕੇ ਬਚਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਸਫਲ ਕਰਨ ਦੇ ਲਈ ਸਤ ਸੰਗਤ ਦੇ ਅਭਿਆਸ ਕਰਨ ਦਾ, ਗੁਰਬਾਣੀ ਦੇ ਅਭਿਆਸ ਨਾਲ ਆਪਣੇ ਜੀਵਨ ਦੇ ਦੁਰਲੱਭ ਅਵਸਰ ਨੂੰ ਸਫਲ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਸਤਿਗੁਰੂ ਕੀ ਪਾਵਨ ਪਵਿੱਤਰ ਚਰਨ ਸ਼ਰਨ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਸਤਿਗੁਰੂ ਕੀ ਕਿਰਪਾ ਨੂੰ ਮਾਣਨ ਦਾ ਯਤਨ ਕਰਦੇ ਹੋ ਜੀ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਸਤਿਗੁਰੂ ਕੀ ਕਿਰਪਾ ਸਦਕਾ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਕੋਠੀ ਕਾਠ ਕੀ, ਦਹਿ ਦਿਸ ਲਾਗੀ ਆਗ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ ਲੜੀਵਾਰ ਰੂਪ ਦੇ ਵਿੱਚ ਸ਼ਲੋਕ ਰੂਪ ਦੁਆਰਾ ਬਖਸ਼ਿਸ਼ ਕੀਤੀ ਸੀ। ਕਬੀਰ ਪ੍ਰਭਾਤੇ ਤਾਰੇ ਖਿਸਹੇ। ਮਨੁੱਖ ਦਾ ਜੀਵਨ, ਮਨੁੱਖ ਸਮੇਤ ਸਾਰੀ ਸ੍ਰਿਸ਼ਟੀ ਦਾ ਜੀਵਨ ਕਾਲ ਚੱਕਰ ਦੇ ਅਧੀਨ ਹੋਣ ਕਰਕੇ ਨਾਸ਼ਵਾਨ ਹੈ, ਅਸਥਿਰ ਹੈ, ਖਿਸਣ ਵਾਲਾ ਹੈ, ਖਤਮ ਹੋਣ ਵਾਲਾ ਹੈ, ਛਿਣ ਭੰਗਰ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਰੀਰ ਯਕੀਨਨ ਮਨੁੱਖ ਕੋਲੋਂ ਖੁੱਸ ਜਾਏਗਾ, ਮਨੁੱਖਾ ਜੀਵਨ ਦੀ ਔਧ ਪੂਰੀ ਹੋ ਜਾਏਗੀ। ਪਰ ਜਿਹੜੇ ਗੁਰੂ ਸ਼ਬਦ ਨਾਲ ਜੁੜ ਕੇ ਸ਼ਬਦ ਦਾ ਅਭਿਆਸ ਕਰਕੇ ਆਪਣੇ ਅਸਲ ਨੂੰ ਪਹਿਚਾਣ ਕੇ ਉਹਦੇ ਵਿੱਚ ਅਭੇਦ ਹੋ ਜਾਣਗੇ, ਉਹ ਕਦੀ ਖਿਸਣਗੇ ਨਹੀਂ, ਸਦਾ ਉਹ ਟਿਕੇ ਰਹਿਣਗੇ, ਥਿਰ ਰਹਿਣਗੇ। ਕਿਉਂਕਿ ਖੁੱਸਣ ਵਾਲੀ ਚੀਜ਼ ਸਰੀਰ ਦਾ ਆਕਾਰ ਹੈ। ਆਤਮਾ ਦਾ ਸਰੂਪ ਨਾ ਮਿਟਣ ਚਾਹੁੰਦਾ ਹੈ, ਨਾ ਜਲਾਉਣ ਚਾਹੁੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਸਾਨੂੰ ਗੁਰੂ ਸ਼ਬਦ ਨਾਲ ਜੁੜ ਕੇ ਆਪਣੇ ਆਤਮ ਸਰੂਪ ਦੀ ਪਹਿਚਾਣ ਕਰਨੀ ਹੈ। ਅਸੀਂ ਆਪਣੇ ਨਿੱਤ ਜੀਵਨ ਦਾ ਵਰਤਾਰਾ ਵੀ ਇੰਝ ਹੀ ਜਿਉਂਦੇ ਹਾਂ। ਅਸੀਂ ਕਦੀ ਨਹੀਂ ਚਿੰਤਾ ਕਰਦੇ ਕਿ ਸੂਰਜ ਡੁੱਬ ਰਿਹਾ ਹੈ, ਦਿਨ ਚੜ੍ਹਦਾ, ਅਸੀਂ ਦਿਨ ਚੜ੍ਹਨ ਦੇ ਨਾਲ ਆਪਣੇ ਕਾਰਜਾਂ ਦਾ ਸਿਲਸਿਲਾ ਸ਼ੁਰੂ ਕਰ ਦਿੰਦੇ ਹਾਂ। ਪਤਾ ਹੈ ਕਿ ਹਨੇਰਾ ਹੋ ਗਿਆ, ਕਾਰਜ ਮੁਸ਼ਕਲ ਹੋ ਜਾਣਗੇ। ਇਸ ਕਰਕੇ ਦਿਨ ਦੇ ਉਜਾਲੇ ਵਿੱਚ ਆਪਣੇ ਸਾਰੇ ਕੰਮਾਂ ਨੂੰ ਪੂਰਨ ਕਰ ਲਿਆ ਜਾਵੇ। ਇੱਕ ਨਦੀ ਵਿੱਚ ਕਿੰਨਾ ਜਲ ਵਹਿੰਦਾ ਜਾ ਰਿਹਾ ਹੈ, ਕਿਸਾਨ ਨੂੰ ਇਹਦੇ ਨਾਲ ਕੋਈ ਅਰਥ ਨਹੀਂ। ਉਹਨੂੰ ਹੈ ਕਿ ਮੈਂ ਆਪਣਾ ਯਤਨ ਕਰਕੇ ਆਪਣੇ ਖੇਤ ਨੂੰ ਸਿੰਚ ਲੈਣਾ ਹੈ। ਇਸੇ ਤਰ੍ਹਾਂ ਜਿਹੜੇ ਮਨੁੱਖਾ ਜਨਮ ਦੀ ਜਿਨ੍ਹਾਂ ਨੂੰ ਗੁਰੂ ਸ਼ਬਦ ਨਾਲ ਪਹਿਚਾਣ ਆ ਜਾਂਦੀ ਹੈ, ਉਹ ਫਿਰ ਇਸ ਗੱਲ ਦੀ ਚਿੰਤਾ ਨਹੀਂ ਕਰਦੇ ਕਿ ਜੀਵਨ ਖਤਮ ਹੋ ਜਾਏਗਾ ਜਾਂ ਜੀਵਨ ਖਤਮ ਹੋ ਰਿਹਾ ਹੈ। ਉਹ ਸਮਝਦੇ ਨੇ ਕਿ ਭਾਵੇਂ ਖਤਮ ਹੋ ਜਾਣਾ ਹੈ, ਪਰ ਇਸ ਦੇ ਖਤਮ ਹੋਣ ਤੋਂ ਪਹਿਲਾਂ ਅਸੀਂ ਗੁਰੂ ਕੀ ਕਾਰ ਕਮਾ ਕੇ ਆਪਣਾ ਜੀਵਨ ਸਫਲ ਕਰ ਜਾਣਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਕੋਠੀ ਕਾਠ ਕੀ, ਦਹਿ ਦਿਸ ਲਾਗੀ ਆਗ। ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ, ਫਰਮਾਉਂਦੇ ਹਨ ਕਬੀਰ ਕੋਠੀ ਕਾਠ ਕੀ। ਇਹ ਜਗਤ ਰੂਪ ਜਿਹੜੀ ਕੋਠੀ ਹੈ, ਕਹਿੰਦੇ ਲੱਕੜ ਦੀ ਹੈ। ਇਹਨੂੰ 10 ਪਾਸਿਆਂ ਤੋਂ ਦਾਹੇ ਦਿਸ ਲਾਗੀ ਆਗ। ਇਹਨੂੰ 10 ਸਾਈਡਾਂ ਤੋਂ 10 ਪਾਸਿਆਂ ਤੋਂ ਅੱਗ ਲੱਗੀ ਹੋਈ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਿਤ ਪੰਡਿਤ ਜਲ ਮੂਏ।
ਜਿਹੜੇ ਵਿੱਦਿਆ ਕਰਕੇ, ਮਤਬੁੱਧ ਕਰਕੇ, ਗਿਆਨ ਕਰਕੇ ਆਪਣੇ ਆਪ ਨੂੰ ਸਿਆਣੇ ਪੰਡਿਤ ਸਮਝਦੇ ਸਨ, ਕਹਿੰਦੇ ਜਲ ਮੂਏ, ਉਹ ਇਸ ਲੱਗੀ ਹੋਈ ਅੱਗ ਦੇ ਵਿੱਚ ਹੀ ਸੜ ਗਏ ਨੇ। ਮੂਰਖ ਉਬਰੇ ਭਾਗ, ਅਤੇ ਜਿਹੜੇ ਮੂਰਖ ਹਨ ਉਹਨਾਂ ਦਾ ਮਤਲਬ ਸੁਮੱਤ ਆ ਗਈ ਅਤੇ ਉਹ ਇਸ ਵਿੱਚੋਂ ਭੱਜ ਨਿਕਲੇ। ਇਸ ਕਰਕੇ ਇਸ ਯਤਨ ਦੇ ਨਾਲ ਉਹ ਬਚ ਗਏ। ਹੁਣ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਵਾਚਣ ਦਾ, ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਨੇ ਜਦੋਂ ਕਿਹਾ ਕਬੀਰ ਕੋਠੀ ਕਾਠ ਕੀ, ਹੁਣ ਲੱਕੜ ਕਿਉਂ ਜਲਦੀ ਹੈ? ਇਹਦਾ ਕਾਰਨ ਹੈ ਕਿ ਲੱਕੜ ਦੇ ਅੰਦਰ ਪਹਿਲਾਂ ਸ਼ਾਂਤ ਰੂਪ ਦੇ ਵਿੱਚ ਅੱਗ ਵਿਦਮਾਨ ਹੈ। ਮਿੱਟੀ ਕਿਉਂ ਨਹੀਂ ਜਲਦੀ? ਕਦੀ ਮਿੱਟੀ ਨੂੰ ਜਲਾ ਕੇ ਦੇਖਣਾ, ਨਹੀਂ ਜਲਦੀ, ਕਿਉਂਕਿ ਮਿੱਟੀ ਦੇ ਅੰਦਰ ਅਗਨ ਦਾ ਤੱਤ ਹੈ ਤਾਂ ਬਹੁਤ ਸ਼ਾਂਤ। ਇਸ ਕਰਕੇ ਬਾਣੀ 'ਚ ਵਾਕ ਆਉਂਦੇ ਨੇ ਸਗਲ ਬਨਸਪਤ ਮਹਿ ਬੈਸੰਤਰ, ਕਿ ਸਾਰੀ ਸ੍ਰਿਸ਼ਟੀ ਦੇ ਅੰਦਰ ਜਿਤਨੀ ਬਨਸਪਤੀ ਹੈ ਲੱਕੜ ਰੂਪ ਦੇ ਵਿੱਚ, ਮਾਲਕ ਨੇ ਸਾਰਿਆਂ ਦੇ ਅੰਦਰ ਕੁਦਰਤੀ ਇੱਕ ਅਗਨ ਦਾ ਤੱਤ ਸਮਾਇਆ ਹੋਇਆ। ਇਸ ਕਰਕੇ ਜਦੋਂ ਜੰਗਲ ਦੇ ਵਿੱਚ 2 ਬਾਂਸ, ਸੁੱਕੇ ਬਾਂਸ ਕਿਤੇ ਦੁਰਭਾਗਵਸ ਖਹਿ ਜਾਂਦੇ ਨੇ, ਉਹਨਾਂ ਵਿੱਚੋਂ ਅੱਗ ਪੈਦਾ ਹੋ ਜਾਂਦੀ ਹੈ ਅਤੇ ਕਰੋੜਾਂ ਮੀਲਾਂ ਤੱਕ ਜੰਗਲ ਸੜ ਕੇ ਸੁਆਹ ਹੋ ਜਾਂਦੇ ਹਨ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕੋਠੀ ਕਾਠ ਕੀ, ਇਹ ਜਿਹੜਾ ਜਗਤ ਹੈ, ਜਿਤਨਾ ਅਸੀਂ ਦੇਖ ਰਹੇ ਹਾਂ, ਜਿਤਨਾ ਸਾਨੂੰ ਦ੍ਰਿਸ਼ਟੀ ਗੋਚਰ ਹੋ ਰਿਹਾ ਹੈ, ਕਹਿੰਦੇ ਲੱਕੜ ਵਰਗਾ ਹੈ। ਦਹਿ ਦਿਸ ਲਾਗੀ ਆਗ, ਇਹਨੂੰ 10 ਪਾਸਿਆਂ ਤੋਂ ਅੱਗ ਲੱਗੀ ਹੋਈ ਹੈ। ਹੁਣ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਕਬੀਰ ਕੋਠੀ ਕਾਠ ਕੀ ਕਿਹਾ ਤਾਂ ਉਹਦਾ ਭਾਵ ਸੀ ਕਿ ਜਿਹੜਾ ਇੱਥੇ ਮਨੁੱਖ ਦੇ ਸਰੀਰ ਦੀ ਰਚਨਾ ਦੀ ਗੱਲ ਹੋ ਰਹੀ ਹੈ। ਜਿਵੇਂ ਗੁਰਬਾਣੀ ਵਿੱਚ ਵਾਕ ਹੁੰਦਾ, ਸਾਡੇ ਸਰੀਰ ਨੂੰ ਕੋਠੀ ਵੀ ਕਿਹਾ ਹੋਇਆ, ਉਵੇਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ ਕਬੀਰ ਕੋਠੀ ਕਾਠ ਕੀ। ਕਾਠ ਦਾ ਭਾਵ ਕੀ? ਗੁਰਬਾਣੀ ਵਿੱਚ ਆਉਂਦਾ ਨਾ ਕਿ ਸੋ ਤਨ ਜਲੈ ਕਾਠ ਕਹਿ ਸੰਗਾ, ਕਾਠ ਦਾ ਅਰਥ ਲੱਕੜ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਸੰਸਾਰ ਹੈ ਇਹ ਲੱਕੜ ਦੀ ਕੋਠੀ ਵਾਂਗ ਹੈ। ਕਿਸ ਪ੍ਰਕਾਰ? ਜਦੋਂ ਸਾਡਾ ਤਨ ਆਤਮ ਪੰਖੇਰੂ ਹੋ ਜਾਂਦਾ ਹੈ, ਉਦੋਂ ਸਾਡੇ ਸਰੀਰ ਦੀ ਹਾਲਤ ਕੁਝ ਨਹੀਂ ਰਹਿੰਦੀ, ਕੋਈ ਇਹਦੀ ਵੁਕਤ ਨਹੀਂ ਰਹਿੰਦੀ, ਇਹਨੂੰ ਜਲਾਉਣ ਦੇ ਯੋਗ ਹੀ ਸਮਝਿਆ ਜਾਂਦਾ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਇੱਕ ਹੈ ਨਿਸ਼ਚਿਤ, ਪਰ ਇਸ ਤੋਂ ਪਹਿਲਾਂ ਇੱਕ ਇਹ ਹੈ ਕਿ ਮਨੁੱਖ ਦਾ ਸਮੁੱਚਾ ਜੀਵਨ 10 ਦਿਸ਼ਾਵਾਂ ਦੀ ਅੱਗ ਵਿੱਚ ਜਲਦਾ ਹੈ। ਇਸ 10 ਦਿਸ਼ਾਵਾਂ ਦੀ ਅੱਗ ਵਿੱਚ ਜਲਣ ਦਾ ਕਾਰਨ ਕੀ ਹੈ? ਇਸ ਕਰਕੇ ਕਹਿ ਰਹੇ ਕਿ ਮ੍ਰਿਤੂ ਤੋਂ ਉਪਰੰਤ ਤਾਂ ਜਲਣਾ ਹੀ ਜਲਣਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਗੁਰਬਾਣੀ ਵਿੱਚ ਇੱਕ ਸਾਡੀ ਬਹੁਤ ਵੱਡੀ ਸਮੱਸਿਆ ਸਾਹਮਣੇ ਰੱਖ ਕੇ ਹੱਲ ਕੀਤਾ ਹੈ ਕਿ ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ ਅਗਨ ਦਹੈ ਅਰ ਗਰਭ ਬਸੇਰਾ, ਕਿ ਮਾਲਕ ਦੁਬਾਰਾ ਧਰਤੀ 'ਤੇ ਆਉਣਾ, ਦੁਬਾਰਾ ਇਹਨਾਂ ਜੰਮਣ ਮਰਨ ਦੇ ਪ੍ਰੋਸੈਸ 'ਚ ਰਹਿਣਾ, ਇਹ ਸਭ ਤੋਂ ਵੱਡਾ ਦੁੱਖ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਬੀਰ ਕੋਠੀ ਕਾਠ ਕੀ, ਮਤਲਬ ਅੱਜ ਜਿਹੜਾ ਸਾਡਾ ਸਰੀਰ ਹੈ ਇਹਨੂੰ ਭਗਤ ਕਬੀਰ ਸਾਹਿਬ ਜੀ ਕੋਠੀ ਕਹਿ ਰਹੇ ਹਨ, ਕਾਠ ਕੀ, ਲੱਕੜ ਦੀ ਦਰਅਸਲ ਇਹਦੇ ਵਿੱਚ ਭਾਵ ਕਿ ਜਦੋਂ ਆਤਮ ਪ੍ਰਾਣ ਪੰਖੇਰੂ ਹੋ ਗਏ ਫਿਰ ਇਹਦੀ ਕੋਈ ਅਰਥ ਨਹੀਂ ਰਹਿ ਜਾਏਗਾ ਅਤੇ ਇਹ ਜਲਾਉਣ ਦੇ ਯੋਗ ਹੀ ਸਮਝੀ ਜਾਏਗੀ। ਜਿਵੇਂ ਲੱਕੜੀ ਦਾ ਬਹੁਤਾ ਪ੍ਰਯੋਗ ਜਲਾਉਣ ਦੇ ਲਈ ਕੀਤਾ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਹਿ ਦਿਸ ਲਾਗੀ ਆਗ, ਕਿ ਇਹਨੂੰ 10 ਦਿਸ਼ਾਵਾਂ ਤੋਂ ਅੱਗ ਲੱਗ ਗਈ। ਹੁਣ ਬੰਦਾ ਕਹੇਗਾ ਅਸੀਂ ਕਿਤੇ ਵੀ ਬੈਠਦੇ ਹਾਂ, ਦਿਸ਼ਾਵਾਂ ਤਾਂ 4 ਹੁੰਦੀਆਂ ਨੇ, ਜੇ ਬਹੁਤੀਆਂ ਨੁੱਕਰਾਂ ਹੋਣ ਤਾਂ 8 ਨੁੱਕਰਾਂ ਹੁੰਦੀਆਂ ਨੇ, ਇੱਥੇ 10 ਦਹਿ ਦਿਸ ਆ ਰਿਹਾ ਹੈ। ਦਹਿ ਦਿਸ ਦਾ ਕੀ ਭਾਵ ਇਹ ਹੈ? ਭਗਤ ਕਬੀਰ ਸਾਹਿਬ ਜੀ ਕਹਿੰਦੇ ਦਹਿ ਦਿਸ ਇਸ ਕਰਕੇ ਇਹਨੂੰ ਥੋੜ੍ਹਾ ਸਮਝਣ ਦਾ ਯਤਨ ਕਰਨਾ। ਸਭ ਤੋਂ ਪਹਿਲਾਂ ਸਾਡੇ 5 ਗਿਆਨ ਇੰਦਰੇ ਅਤੇ ਸਾਡੇ 5 ਕਰਮ ਇੰਦਰੇ ਸਰਲ ਜਿਹਾ ਪਤਾ ਹੋਣਾ ਚਾਹੀਦਾ ਹੈ। ਗਿਆਨ ਇੰਦਰੀਆਂ ਦਾ ਭਾਵ ਅੱਖ, ਨੱਕ, ਕੰਨ, ਜੀਭ ਅਤੇ ਚਮੜੀ, ਮਤਲਬ ਇਹ ਕਿਸੇ ਦੇ ਸੰਪਰਕ ਵਿੱਚ ਆਉਣ ਉਸੇ ਵੇਲੇ ਸਾਨੂੰ ਗਿਆਨ ਦੇ ਦਿੰਦੇ ਨੇ। ਅੱਖ ਦੇ ਨਾਲ ਕਿਸੇ ਨੂੰ ਦੇਖਿਆ ਉਸੇ ਵੇਲੇ ਉਹਦੇ ਰੂਪ ਕਰਕੇ ਉਹਦੇ ਨਾਮ ਦਾ, ਉਹ ਸਭ ਕੁਝ ਦਾ ਗਿਆਨ ਹੋ ਜਾਂਦਾ। ਇਹਨਾਂ ਨੂੰ ਗਿਆਨ ਇੰਦਰੇ ਕਹਿੰਦੇ ਹਨ। ਕਰਮ ਇੰਦਰੇ ਕਿ ਇਹਨਾਂ ਦੁਆਰਾ ਜਿਹੜਾ ਗਿਆਨ ਪੈਦਾ ਹੋਣਾ ਹੈ ਉਹਨੂੰ ਜਦੋਂ ਕਰਮ 'ਚ ਪੈਦਾ ਕਰਨਾ, ਉਹ ਹਨ ਹੱਥ, ਪੈਰ, ਨੱਕ, ਕੰਨ, ਗੁਦਾ, ਲਿੰਗ। ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ 5 ਗਿਆਨ ਇੰਦਰੇ ਹੋ ਗਏ, 5 ਇਹ ਹੋ ਗਏ। ਅੱਗੇ 4 ਅੰਤਹਿਕਰਨ, ਸਾਡੇ ਅੰਦਰਲੇ ਜੀਵਨ ਦੇ 4 ਹਿੱਸੇ, ਜਿਹਨੂੰ ਕਿਹਾ ਜਾਂਦਾ ਹੈ ਮਨ,
ਬੁੱਧ ਚਿੱਤ ਤੇ ਅਹੰ। ਮਨ ਦਾ ਭਾਵ ਜਿੱਥੇ ਸੰਕਲਪ ਵਿਕਲਪ ਚੰਗੇ ਮੰਦੇ ਖਿਆਲ ਫੁਰਦੇ ਨੇ ਸਾਡੇ ਅੰਦਰ, ਜਿਸ ਹਿੱਸੇ ਵਿੱਚ ਉਹਨੂੰ ਮਨ ਕਿਹਾ ਜਾਂਦਾ ਹੈ। ਬੁੱਧ ਦਾ ਭਾਵ ਜਿੱਥੇ ਉਹਨਾਂ ਚੰਗੇ ਮੰਦੇ ਕਰਮਾਂ ਦਾ ਅਸੀਂ ਨਿਰਣਾ ਕਰ ਲੈਂਦੇ ਹਾਂ ਕਿ ਆਹ ਚੰਗਾ ਇਹ ਮਾੜਾ ਹੈ, ਉਹਨੂੰ ਬੁੱਧ ਕਹਿੰਦੇ ਨੇ। ਚਿੱਤ ਦਾ ਭਾਵ ਹੈ ਕਿ ਜਦੋਂ ਅਸੀਂ ਕਰਮ ਨੂੰ, ਚਾਹੇ ਉਹ ਮਾੜਾ ਹੈ ਚਾਹੇ ਚੰਗਾ ਹੈ, ਉਹਨੂੰ ਕਰ ਲੈਂਦੇ ਹਾਂ ਅਤੇ ਉਹਦਾ ਜਿਹੜਾ ਸੰਸਕਾਰ ਪ੍ਰਭਾਵ ਬਣਦਾ ਸਾਡੇ ਅੰਦਰ, ਜਿਸ ਹਿੱਸੇ 'ਚ ਪ੍ਰਭਾਵ ਬਣਦਾ ਉਹਨੂੰ ਚਿੱਤ ਕਿਹਾ ਜਾਂਦਾ ਹੈ। ਅਤੇ ਚਿੱਤ ਦੇ ਉੱਪਰ ਜਿਸ ਚੀਜ਼ ਦਾ ਇੱਕ ਵਾਰੀ ਪ੍ਰਭਾਵ ਪੈ ਗਿਆ, ਉਵੇਂ ਦੀ ਮਨੁੱਖ ਦੀ ਸੁਰਤ ਬਣਦੀ। ਅਹੰਕਾਰ ਭਾਵ ਉਹਦੀ ਹਉਂ ਬਣਦੀ ਉੱਥੇ ਜਾ ਕੇ ਕਿ ਮੈਂ ਇਵੇਂ ਦਾ ਹਾਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ 5 ਜਿਹੜੇ ਗਿਆਨ ਇੰਦਰੇ, ਅੱਗੇ 4 ਜਿਹੜੇ ਹਨ ਮਨੁੱਖ ਦੇ ਅੰਤঃਕਰਨ ਦੇ ਭੇਦ, ਅਤੇ ਉਸ ਤੋਂ ਅੱਗੇ ਮਨ ਨੂੰ ਅੰਤਰ ਇੰਦਰੀ ਕਿਹਾ ਜਾਂਦਾ ਹੈ। ਅੰਤਰ ਇੰਦਰੀ ਦਾ ਭਾਵ ਕਿ ਇਹਨਾਂ ਸਾਰਿਆਂ ਦਾ ਸੰਚਾਲਕ ਇੱਕ ਮਨ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਮਾਲ ਦੇਖੋ ਦਹਿ ਦਿਸ ਲਾਗੀ ਆਗ, ਇੱਥੇ ਸਾਰੇ ਪਾਸੇ ਅੱਗ ਲੱਗੀ ਹੋਈ ਹੈ। ਇਸ ਕਰਕੇ ਕੋਠੀ ਕਾਠ ਕੀ, ਹੁਣ ਇਹੀ ਗੁਰਬਾਣੀ ਦੀ ਵਿਆਖਿਆ ਦਾ ਕਮਾਲ ਹੈ। ਤਾਂ ਕਰਕੇ ਕਹੀਦਾ ਕਿ ਇਹਦੀ ਦੀਰਘ ਵਿਚਾਰ ਨਾਲ ਜੁੜੋ, ਕਿਉਂਕਿ ਜਦੋਂ ਅਸੀਂ ਅਰਥ ਪੱਖ ਤੋਂ ਜਾਣੂ ਹੋ ਜਾਂਦੇ ਹਾਂ ਤਾਂ ਫਿਰ ਉਹਦਾ ਭਾਵੇਂ ਅਸੀਂ ਸੈਂਕੜੇ ਦਫਾ ਪਾਠ ਵੀ ਕਰੀ ਜਾਈਏ, ਸਾਨੂੰ ਪਾਖੰਡ ਨਹੀਂ ਲੱਗੇਗਾ, ਕਿਉਂਕਿ ਸਾਡੀ ਜਰਨੀ ਸ਼ੁਰੂ ਹੋ ਜਾਏਗੀ। ਜਿਵੇਂ ਬੱਚੇ ਨੂੰ ਅਸੀਂ ਆਰੰਭ ਦੇ ਵਿੱਚ ਵਰਣਮਾਲਾ ਹੀ ਸਿਖਾਉਂਦੇ ਹਾਂ, ਉਹਨੂੰ ਨਰਸਰੀ ਦੇ ਵਿੱਚ ਗ੍ਰਾਮਰ ਥੋੜ੍ਹਾ ਸਿਖਾਉਂਦੇ ਹਾਂ, ਉਹਨੂੰ ਵਰਣਮਾਲਾ ਹੀ ਸਿਖਾਉਂਦੇ ਹਾਂ, ਤਾਂ ਉਹਨੂੰ ਅੱਖਰਾਂ ਦਾ ਜੋੜ, ਅੱਖਰਾਂ ਦਾ ਸਭ ਕੁਝ ਭੇਦ ਆ ਜਾਂਦਾ ਹੈ, ਅਤੇ ਫਿਰ ਲਗਾਤਾਰ ਚੱਲਦਾ ਜਾਂਦਾ ਹੈ। ਇਸ ਕਰਕੇ ਇੱਕ ਦਫਾ ਘੱਟੋ ਘੱਟ ਜ਼ਰੂਰੀ ਹੈ ਕਿ ਗੁਰਬਾਣੀ ਦਾ ਜਿਹੜਾ ਆਮ ਬੁੱਧੀ ਦੇ ਤਲ 'ਤੇ ਸਮਝ ਆਉਣ ਵਾਲਾ ਅਰਥ ਭਾਵ ਹੈ ਉਹ ਸਾਨੂੰ ਪਤਾ ਹੋਵੇ। ਹੁਣ ਜੇ ਅਸੀਂ ਇਸ ਗੱਲ ਨੂੰ ਸਮਝੀਏ ਨਾ ਤਾਂ ਕਿਵੇਂ ਪਤਾ ਲੱਗੇ 10 ਦਿਸ਼ਾਵਾਂ ਕੀ ਹੁੰਦੀਆਂ ਨੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ 5 ਗਿਆਨ ਇੰਦਰੇ, 4 ਅੰਤঃਕਰਨ ਦੇ ਭੇਦ, ਅਤੇ 10ਵੀਂ ਅੰਤਰ ਇੰਦਰੀ। 5 4 9 ਤੇ 1 10 ਕਹਿੰਦੇ ਦਹਿ ਦਿਸ ਲਾਗੀ ਆਗ, ਇਹਨਾਂ 10 ਪੱਧਰਾਂ 'ਤੇ ਅੱਗ ਲੱਗੀ ਹੋਈ ਹੈ। ਹੁਣ ਕਿਵੇਂ ਲੱਗੀ ਇਹ ਵੀ ਆਪ ਦੇ ਸਨਮੁਖ ਰੱਖਦੇ ਹਾਂ। ਸਭ ਤੋਂ ਪਹਿਲਾਂ ਇਹ ਲੜੀਵਾਰ ਸਿਲਸਿਲਾ ਆਪ ਦੇ ਸਨਮੁਖ ਰੱਖਾਂ। ਸਭ ਤੋਂ ਪਹਿਲਾਂ ਮਨੁੱਖ ਦਾ ਇਸ ਜਗਤ ਦਾ ਮਨੁੱਖ ਨੂੰ ਬੋਧ ਆਪਣੀਆਂ ਅੱਖਾਂ ਨਾਲ ਹੁੰਦਾ ਹੈ। ਜਦੋਂ ਮਨੁੱਖ ਬੱਚਾ ਜੰਮਦਾ ਹੈ, ਉਹ ਪਹਿਲਾਂ ਸੰਸਾਰ ਦੇ ਨਾਲ ਵਾਹਬਸਤਾ ਹੁੰਦਾ ਆਪਣੀਆਂ ਅੱਖਾਂ ਦੁਆਰਾ। ਪਹਿਲੀ ਦਫਾ ਉਹਨੇ ਜਿਸ ਨੂੰ ਵੀ ਦੇਖਿਆ, ਮਾਤਾ ਨੂੰ ਦੇਖਿਆ, ਕਿਸੇ ਨੂੰ ਵੀ ਦੇਖਿਆ, ਅਚੇਤ ਹੁੰਦਾ ਹੈ। ਇਸ ਕਰਕੇ ਉੱਥੇ ਕੋਈ ਯਤਨ ਨਹੀਂ ਕਰਨਾ ਚਾਹੀਦਾ ਕਿ ਉਹ ਸਾਡੀ ਪਛਾਣ ਨੂੰ, ਉਹਦੀ ਅਚੇਤ ਭਾਵ ਨੂੰ ਉਹਦੀ ਸਿਮਰਤੀ ਵਿੱਚ ਰਹਿਣ ਦੇਣਾ ਚਾਹੀਦਾ। ਹੌਲੀ ਹੌਲੀ ਜਦੋਂ ਅੱਗੇ ਜਾ ਕੇ ਉਹਨੂੰ ਦੇਖਣ ਦੇ ਸਮਰੱਥਾ ਦਾ ਬੋਧ ਹੁੰਦਾ ਹੈ, ਫਿਰ ਉਹਦੇ ਅੰਦਰ ਦੇਖਣ ਦੀ ਜਦ ਚਾਹਤ ਪੈਦਾ ਹੁੰਦੀ ਹੈ, ਅਤੇ ਉਹ ਪਹਿਲਾਂ ਇਹੀ ਦੱਸਦੇ ਨੇ ਮਨੋਵਿਗਿਆਨਕ ਕਿ ਉਹਦੀ ਮਾਂ ਦਾ ਨਕਸ਼ ਉਹਦੇ ਸਾਹਮਣੇ ਬਣਦਾ, ਅਤੇ ਉਹਨੂੰ ਪ੍ਰਤੀਤ ਆਉਣ ਲੱਗ ਪੈਂਦੀ ਹੈ ਥੋੜ੍ਹੀ ਥੋੜ੍ਹੀ ਕਿ ਇਹ ਨਕਸ਼ ਹੈ ਜਿਹੜਾ ਮੇਰਾ ਜ਼ਿਆਦਾ ਨੇੜੇ ਹੈ। ਉਹ ਕਹਿੰਦੇ ਉਸ ਤਰ੍ਹਾਂ ਨੇ ਇਮੋਸ਼ਨ 'ਚ ਨਹੀਂ ਪਛਾਣਦਾ, ਉਹ ਨਕਸ਼ 'ਚੋਂ ਪਹਿਚਾਣਦਾ ਉਹਨੂੰ। ਇਸ ਕਰਕੇ ਪਹਿਲੀ ਦਫਾ ਜਦੋਂ ਅਸੀਂ ਸੰਸਾਰ ਨੂੰ ਦੇਖਿਆ, ਉਦੋਂ ਦੇਖਣ ਦੀ ਚਾਹਤ ਸੀ, ਦੇਖਿਆ। ਹੁਣ ਇਹ ਦੇਖਣ ਦੀ ਚਾਹਤ ਹੌਲੀ ਹੌਲੀ ਬੜਿਆਂ ਦੇ ਨਾਲ ਅਸੀਂ ਦੇਖਿਆ, ਬੜੇ ਰੂਪ ਦੇਖੇ, ਬੜੇ ਰੰਗ ਦੇਖੇ, ਆਕਾਰ ਦੇਖੇ। ਹੁਣ ਦੇਖਦਿਆਂ ਦੇਖਦਿਆਂ ਸਮੱਸਿਆ ਇੱਥੇ ਆ ਗਈ ਹੈ, ਬੰਦਾ ਜੋਬਨ ਅਵਸਥਾ 'ਚ ਅੱਗੇ ਆ ਗਿਆ ਹੈ, ਤਾਂ ਹੁਣ ਉਂਝ ਨਹੀਂ ਦੇਖਦਾ। ਪਹਿਲਾਂ ਚੀਜ਼ਾਂ ਨੂੰ ਹੈਰਤ ਦੇ ਨਾਲ ਦੇਖਦਾ ਸੀ, ਕਿਸੇ ਸਵੱਛਤਾ ਵਿੱਚ ਦੇਖਦਾ ਸੀ, ਕਿਸੇ ਵੱਡੀ ਪਵਿੱਤਰਤਾ ਦੇ ਵਿੱਚ ਦੇਖਦਾ ਸੀ, ਜਾਂ ਬੁੱਝਣ ਦੇ ਭਾਵ ਨਾਲ ਦੇਖਦਾ ਸੀ, ਜਾਂ ਉਹਨੂੰ ਜਾਣਨ ਦੀ ਗਹਿਰੀ ਜਗਿਆਸਾ ਨਾਲ ਦੇਖਦਾ ਸੀ। ਤਾਂ ਹੁਣ ਜਿਹੜੀ ਦਹਿ ਦਿਸ ਲਾਗੀ ਆਗ ਹੈ, ਉਹਦੇ ਵਿੱਚ ਜਿਹੜੇ ਨੇਤਰਾਂ ਦੇ ਦੇਖਣ ਦੀ ਸਮਰੱਥਾ, ਨੇਤਰ ਗਿਆਨ ਪੈਦਾ ਕਰਨ ਵਾਲੇ ਗਿਆਨ ਇੰਦਰੇ, ਉਹਨਾਂ ਅੰਦਰ ਮਲੀਨਤਾ ਦਾਖਲ ਹੋ ਗਈ, ਅਤੇ ਹੁਣ ਦੇਖਣ ਦਾ ਭਾਵ ਮਲੀਨਤਾ ਵਾਲਾ ਹੈ, ਮੈਲ ਵਾਲਾ ਹੈ। ਉਹਦੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਵਿਕਾਰਾਂ ਦੀ ਤ੍ਰਿਸ਼ਨਾ ਪਈ ਹੋਈ ਹੈ। ਇਸ ਕਰਕੇ ਕਹਿੰਦੇ ਦਹਿ ਦਿਸ ਲਾਗੀ ਆਗ, ਪਹਿਲੇ ਪੱਧਰ 'ਤੇ ਲੱਗ ਗਈ। ਦੂਜੇ ਪੱਧਰ 'ਤੇ ਅੱਖ, ਨੱਕ। ਜੀਵਨ ਦੇ ਵਿੱਚ ਜਿਹੜਾ ਨੱਕ ਹੈ ਸੁਗੰਧੀ ਦਾ ਬੋਧ ਕਰਾਉਂਦਾ ਹੈ। ਕਹਿੰਦੇ ਪਦਾਰਥਾਂ ਦੀਆਂ ਸੁਗੰਧੀਆਂ ਤੋਂ ਜਾਣੂ ਹੋਇਆ, ਫੁੱਲ ਦੀ ਸੁਗੰਧੀ ਕੀ ਹੈ, ਪਦਾਰਥਾਂ ਭੋਜਨ ਦੀ ਸੁਗੰਧੀ ਕੀ ਹੈ, ਹੋਰ ਆਲੇ ਦੁਆਲੇ 'ਚ ਕੀ ਹੈ। ਕਹਿੰਦੇ ਹੁਣ ਇਹ ਸੁਗੰਧੀ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਤ੍ਰਿਸ਼ਨਾ ਹੋ ਗਈ ਹੈ, ਅਤੇ ਇਹ ਸੁਗੰਧੀ ਹੁਣ ਲੋਭ ਰੂਪ ਬਣ ਗਈ ਹੈ, ਅਤੇ ਹੁਣ ਚੀਜ਼ਾਂ ਦੇ ਅੰਤਰੀਵ ਰਸ ਲੈਣੇ ਸ਼ੁਰੂ ਕਰ ਦਿੰਦਾ। ਇਸ ਕਰਕੇ ਇਹਦੇ ਪੱਧਰ 'ਤੇ ਵੀ ਅੱਗ ਲੱਗ ਗਈ ਹੈ ਕਿ ਬਹੁਤ ਜ਼ਿਆਦਾ ਬੋਧ ਕਰਾਉਣਾ ਚਾਹੁੰਦਾ ਹੈ। ਅੱਗੇ ਕਹਿੰਦੇ ਹਨ ਜਿਹੜਾ ਮਨੁੱਖ ਦਾ ਕੰਨ, ਸ਼ੁਰੂ ਦੇ ਵਿੱਚ ਸਾਊਂਡ ਬੰਦੇ ਨੂੰ ਕਲੀਅਰ ਨਹੀਂ ਸੀ। ਜਦੋਂ ਸਾਊਂਡ ਕਲੀਅਰ ਸ਼ੁਰੂ ਹੋਣਾ ਅੱਖਰਾਂ ਦੇ ਦੁਆਰਾ, ਅੱਖਰ ਹੌਲੀ ਹੌਲੀ ਅੰਦਰ ਗਏ, ਅੰਦਰ ਸ਼ਬਦਾਂ ਦਾ ਰੂਪ ਬਣਦਾ ਗਿਆ, ਰੋਜ਼ ਆਵਾਜ਼ ਗਈ ਕਿਸੇ ਸ਼ਬਦ ਦੀ, ਫਿਰ ਅੰਦਰ ਉਹਦਾ ਬੋਧ ਬਣਿਆ,
ਫਿਰ ਬੋਡੀ ਦੁਆਰਾ ਉਹ ਸ਼ਬਦ ਸਮਝ ਆਇਆ। ਅਤੇ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਉਹ ਜਿਹੜਾ ਕੰਨ ਇਹ ਕੰਮ ਕਰਨਾ ਸੀ, ਪਰ ਹੁਣ ਅੰਦਰ ਦਵੈਤ, ਅੰਦਰ ਪਰਾਈ ਤਾਤ ਅਤੇ ਅੰਦਰ ਕਿਸੇ ਤਰ੍ਹਾਂ ਦੇ ਨੀਵੇਂ ਭਾਵ ਹੋਣ ਕਰਕੇ ਕਿਸੇ ਦੀ ਨਿੰਦ ਸੁਣਨ ਨੂੰ ਜੀ ਕਰਦਾ ਹੈ ਜਾਂ ਨਿੰਦ ਕਰਨ ਨੂੰ ਜੀ ਕਰਦਾ ਹੈ। ਤਾਂ ਕਹਿੰਦੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਪੱਧਰ 'ਤੇ ਕੰਨਾਂ ਨੂੰ ਅੱਗ ਲੱਗੀ ਹੋਈ ਹੈ। ਅੱਗੇ ਆਖਦੇ ਹਨ ਜੀਵ ਇੰਨੇ ਰਸਾਂ ਦਾ ਬੋਧ ਕੀਤਾ ਹੈ, ਜੀਵ ਕਰਕੇ ਇਹਨੇ ਪਦਾਰਥ ਦਾ ਰਸ ਦੇਣਾ ਹੈ ਸਾਨੂੰ, ਪਰ ਇਹ ਰਸ ਤ੍ਰਿਸ਼ਨਾ ਬਣ ਗਿਆ ਹੈ ਅਤੇ ਹੁਣ ਬੰਦਾ ਮਲ ਭਖ ਖਾਣੇ ਖਾਣ ਲੱਗ ਪਿਆ। ਹਜ਼ਾਰਾਂ ਜੀਵਾਂ ਦੇ ਜੀਵਨ ਨੂੰ ਤਬਾਹ ਕਰਕੇ ਆਪਣੀ ਇੱਕ ਜ਼ੁਬਾਨ ਦਾ ਛੋਟਾ ਜਿਹਾ ਰਸ ਪੂਰਾ ਕਰਨਾ ਚਾਹੁੰਦਾ। ਬੰਦਾ ਸੋਚੇ ਕਿ ਇੱਕ ਜਾਨਵਰ ਦਾ ਆਕਾਰ 4-5 ਫੁੱਟ ਦਾ ਘੱਟੋ ਘੱਟ, ਅਤੇ ਮੇਰੀ ਜ਼ੁਬਾਨ ਕੇਵਲ 3 ਇੰਚ ਦੀ ਹੈ। ਮਤਲਬ ਜੇ ਅਸੀਂ ਆਕਾਰ ਪੱਖ ਤੋਂ ਹੀ ਗੱਲ ਕਰੀਏ, ਇਹ 3 ਇੰਚ ਦੀ ਹੈ, ਉਹ 3 ਫੁੱਟ ਦਾ। ਫਿਰ ਜੀਵਨ ਵੱਡਾ ਕਿਹਦਾ? ਮਨੁੱਖ ਦੀ ਜ਼ੁਬਾਨ ਵੀ ਚਲੀ ਜਾਵੇ ਤਾਂ ਵੀ ਬੋਲਣ ਦਾ ਕੰਮ ਕਰ ਲੈਂਦਾ ਥੋੜ੍ਹਾ ਬਹੁਤ। ਜ਼ੁਬਾਨ ਦਾ ਅੱਧਾ ਹਿੱਸਾ ਕੱਟਿਆ ਜਾਵੇ ਤਾਂ ਵੀ ਰਸ ਦਿੰਦੀ ਰਹਿੰਦੀ ਹੈ, ਕਿਉਂਕਿ ਰਸ ਤਾਂ ਹੇਠਾਂ ਜਾ ਕੇ ਹੁੰਦਾ। ਇਸ ਕਰਕੇ ਉਹ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਜਿਹੜੀ ਪਦਾਰਥਾਂ ਦੇ ਰਸ ਕਸ ਦੀ ਇੱਕ ਖਿੱਚ ਬਣ ਗਈ ਹੈ, ਉਹਦੇ ਕਰਕੇ ਇਸ ਰਸਨਾ ਨੂੰ ਵੀ ਅੱਗ ਲੱਗ ਰਹੀ ਹੈ ਅਤੇ ਅਜੇ ਤੱਕ ਜਲੀ ਜਾ ਰਹੀ ਹੈ ਜ਼ੁਬਾਨ। ਅੱਗੇ ਚਮੜੀ ਬੋਧ ਕਰਾਉਂਦੀ ਸੀ ਕਿਸੇ ਵੱਡੇ ਅਹਿਸਾਸ ਦਾ। ਅੱਜ ਚਮੜੀ ਪਵਿੱਤਰਤਾ ਦੇ ਵਿੱਚ ਨਹੀਂ ਹੈ। ਇਹ ਜਦੋਂ ਕਿਸੇ ਨੂੰ ਸਪਰਸ਼ ਕਰਦੀ ਹੈ ਉਦੋਂ ਵੀ ਮੈਲ ਹੈ, ਅਤੇ ਜਦੋਂ ਕਿਸੇ ਦਾ ਸਪਰਸ਼ ਲੈਣਾ ਚਾਹੁੰਦੀ ਹੈ ਉਦੋਂ ਵੀ ਮੈਲ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ 5 ਪੱਧਰਾਂ 'ਤੇ ਅੱਗ ਲੱਗੀ ਹੋਈ ਹੈ ਕਿ ਮਾਲਕ ਨੇ ਕਿੱਡੀ ਪਵਿੱਤਰਤਾ ਦੇ ਵਿੱਚ ਸਾਨੂੰ ਸਾਰਾ ਕੁਝ ਦਿੱਤਾ ਸੀ, ਪਰ ਅਸੀਂ ਇਹਨੂੰ ਮੈਲ ਦੇ ਨੁਕਤੇ ਤੋਂ ਹੰਢਾ ਰਹੇ ਹਾਂ। ਇਹਨੂੰ ਸਰਲ ਜਿਹਾ ਕਹਿਣਾ ਹੋਵੇ, ਮਾਲਕ ਨੇ ਸਾਨੂੰ ਜਿਵੇਂ ਬਣਾ ਕੇ ਭੇਜਿਆ, ਉਹਨੇ ਸਾਨੂੰ ਨਾ ਸਾਡੀ ਆਤਮਾ ਦਾ ਵੇਸ ਚਿੱਟਾ ਬਣਾਇਆ, ਸਫੈਦ ਸਵੱਛ ਬਣਾਇਆ। ਸਾਨੂੰ ਉਹਨੇ ਸਰੀਰ ਦਾ ਚੋਲਾ ਵੀ ਸਵੱਛ ਪਹਿਨਾਇਆ। ਮਤਲਬ ਚਿੱਟੇ ਵਸਤਰ ਜਿਵੇਂ ਅਸੀਂ ਪਾਉਂਦੇ ਹਾਂ ਤਾਂ ਅਸੀਂ ਆਪਣਿਆਂ ਨੂੰ ਬੜੇ ਚੰਗੇ ਸਮਝਦੇ ਹਾਂ, ਥੋੜ੍ਹੇ ਸਾਫ ਸੁਥਰੇ ਸਮਝਦੇ ਹਾਂ। ਠੀਕ ਮਾਲਕ ਨੇ ਇੰਝ ਹੀ ਕੀਤਾ। ਉਹਨੇ ਸਾਨੂੰ ਸਾਡੀ ਆਤਮਾ ਦਾ, ਸਾਡੇ ਸਰੀਰ ਦਾ ਚੋਲਾ ਬੜਾ ਸਵੱਛ ਪਹਿਨਾ ਕੇ ਭੇਜਿਆ। ਅਤੇ ਗੱਲ ਕੀ ਕਿ ਅਸੀਂ ਉਹਦੀ ਉਸ ਪਵਿੱਤਰਤਾ ਨੂੰ ਕਾਇਮ ਰੱਖਣ ਦੀ ਬਜਾਏ ਜਗਤ ਦੀ ਲਿਵ ਛੁੜਕੀ ਵਾਲੀ ਜੀਵਨ ਦੇ ਵਿੱਚੋਂ ਮਾਇਆ ਅਮਰ ਦੇ ਪ੍ਰਭਾਵ ਵਿੱਚ ਕੂੜਿਆਰੀ ਜੀਵਨ ਜਿਉਂਦਿਆਂ ਮਾਲਕ ਦੀਆਂ ਇੰਨੀਆਂ ਮਹਾਂਬਖਸ਼ਾਂ ਦੇ ਨਾਲ ਉਹਦਾ ਦੀਦਾਰ ਕਰਨ ਦੀ ਬਜਾਏ ਆਪਣੇ ਜੀਵਨ ਨੂੰ ਛੋਟੇ ਪੱਧਰ 'ਤੇ ਲਿਆ ਕੇ ਅਤੇ ਉਹਦੇ ਨਾਲ ਮੈਲ ਕਮਾ ਰਹੇ ਹਾਂ ਰੋਜ਼। ਇਸ ਕਰਕੇ ਦਾ ਮਤਲਬ ਭਾਵ ਕੀ ਹੈ? ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਬੱਚਾ ਘਰੋਂ ਚੰਗੇ ਵਸਤਰ ਪਾ ਕੇ ਜਾਏ, ਮਲੀਨ ਕਰ ਆਵੇ, ਤਾਂ ਯਕੀਨਨ ਮਾਂ ਦੀ ਮਮਤਾ ਵੀ ਹੈ, ਪਰ ਫਿਰ ਵੀ ਝਿੜਕੇਗੀ ਉਸ ਨੂੰ ਥੋੜ੍ਹਾ ਬਹੁਤ ਕਿ ਤੂੰ ਵਸਤਰ ਮਲੀਨ ਕਰਦਾ ਹੈ। ਇਹਨੂੰ ਹੀ ਪੱਤ ਸੇਤੀ ਜੀਵਨ ਕਿਹਾ ਜਾਂਦਾ ਹੈ। ਜਿਹੜਾ ਅਸੀਂ ਵਾਕ ਬਣਾਇਆ ਨਾ ਅਰਦਾਸ ਦੇ ਵਿੱਚ, ਇਸੇ ਕਰਕੇ ਬਣਾਇਆ ਕਿ ਉਂਝ ਤਾਂ ਬੰਦੇ ਨੂੰ ਸਮਝ ਹੈ ਵੀ, ਪਰ ਜਿਹੜੀ ਅੰਤਰੀਵ ਤੌਰ 'ਤੇ ਵਿਕਾਰਾਂ ਨੇ ਉਹਦੇ ਜੀਵਨ ਨੂੰ ਠੱਗਣਾ, ਮਾਲਕ ਤੂੰ ਉੱਥੇ ਉਹਦਾ ਹੱਥ ਦੇ ਕੇ ਰੱਖ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ 5 ਪੱਧਰਾਂ 'ਤੇ ਇਹ ਹੋ ਗਏ 5। ਅੱਗੇ ਆਖਦੇ ਹਨ 4 ਅੰਤਹਿਕਰਨ ਦੇ ਭੇਦ, ਜਿਹਨੂੰ ਇੰਗਲਿਸ਼ ਦੇ ਵਿੱਚ ਇਨਵਿਟ ਕਹਿੰਦੇ ਹਨ। ਅਸੀਂ ਮਾਈਂਡ ਸ਼ਬਦ ਵਰਤਦੇ ਹਾਂ, ਉਹ ਠੀਕ ਨਹੀਂ ਹੈ। ਮਨ ਦੇ ਲਈ ਮਾਈਂਡ ਸ਼ਬਦ ਠੀਕ ਨਹੀਂ ਹੈ। ਜਿਹੜਾ ਅੰਤਹਿਕਰਨ ਉਹਦੇ ਲਈ ਸ਼ਬਦ ਇਨਵਿਟ ਹੈ, ਕਿਉਂਕਿ ਜਦੋਂ ਇੱਕ ਭਾਸ਼ਾ ਦੂਜੀ ਭਾਸ਼ਾ 'ਚ ਜਾਂਦੀ ਹੈ ਉਦੋਂ ਅਰਥ ਉਹਦਾ ਉਹ ਨਹੀਂ ਰਹਿੰਦਾ। ਅਤੇ ਅੰਗਰੇਜ਼ੀ ਦੀ ਸਮੱਸਿਆ ਇਹ ਹੈ ਕਿ ਅੰਗਰੇਜ਼ੀ ਕਦੀ ਵੀ ਗੁਰਬਾਣੀ ਦਾ ਅਨੁਵਾਦ ਨਹੀਂ ਹੋ ਸਕਦੀ। ਸਮਰੱਥਾ ਹੀ ਨਹੀਂ ਉਹਦੇ ਵਿੱਚ ਕਿ ਉਹ ਗੁਰਬਾਣੀ ਦੇ ਸ਼ਬਦਾਂ ਦਾ ਅਨੁਵਾਦ ਕਰ ਸਕੇ। ਜਿਵੇਂ ਉਦਾਹਰਨ ਦੇ ਤੌਰ 'ਤੇ ਭਰਮ ਦਾ ਅਨੁਵਾਦ ਇਲਿਊਜ਼ਨ ਕੀਤਾ ਜਾਂਦਾ ਹੈ, ਅਤੇ ਹੁਣ ਭਰਮ ਦੀਆਂ ਤਾਂ ਸਾਡੇ ਕੋਲ ਕਈ ਕਿਸਮਾਂ ਨੇ, ਅਤੇ ਇਲਿਊਜ਼ਨ ਦਾ ਮਤਲਬ ਇੰਨਾ ਕੀ ਹੁੰਦਾ ਕਿ ਜਿਹੜਾ ਤੁਹਾਨੂੰ ਸਪਸ਼ਟ ਨਾ ਹੋਵੇ। ਭਰਮ ਦੇ ਵਿੱਚ ਕਈ ਕੁਝ ਬੰਦੇ ਨੂੰ ਸਪਸ਼ਟ ਵੀ ਹੁੰਦਾ, ਪਰ ਉਹਦਾ ਇੱਕ ਡਾਰਕਨੈਸ ਬਣੀ ਰਹਿੰਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਹਿ ਦਿਸ ਲਾਗੀ, ਅੱਗੇ 4 ਪੱਧਰ ਆ ਗਏ, ਮਨ, ਬੁੱਧ, ਚਿੱਤ ਅਤੇ ਅਹੰ। ਕਹਿੰਦੇ ਇਹ ਮਨ, ਜਿਹੜੀ ਮਨ ਦੀ ਸਮਰੱਥਾ ਵਿੱਚ ਆਪਣੇ ਸਿਰਜਣਹਾਰ ਦਾ ਖਿਆਲ ਆਉਣਾ ਸੀ, ਆਪਣੇ ਕਰਤੇ ਨੂੰ ਬੁੱਝਣ ਦੀ ਅਤੇ ਕਰਤੇ ਦੇ ਭਾਵ ਮਨ ਵਿੱਚ ਵਸਾਉਣ ਦੀ ਕਰਮ ਕਰਨਾ ਸੀ, ਉਹ ਉਸੇ ਤਰ੍ਹਾਂ ਕਹਿੰਦੇ ਜਿਹੜਾ ਉਹ ਅੰਤਹਿਕਰਨ ਦਾ ਭੇਦ ਹੈ, ਉਹ ਜਿਹੜਾ ਮਨ ਹੈ ਉਹ ਭਗਤੀ ਦਾ ਕਰਮ ਕਰਨ ਦੀ ਬਜਾਏ ਮਾਇਆ 'ਤੇ ਕੇਂਦਰਿਤ ਫੁਰਨੇ ਲੈਣ ਲੱਗ ਪਿਆ ਹੈ। ਇਸ ਕਰਕੇ ਕਹਿੰਦੇ ਉਹ ਉਹਦੇ ਵਿੱਚ ਭਟਕ ਰਿਹਾ ਹੈ। ਇਸ ਕਰਕੇ ਤਾਂ ਬਾਣੀ 'ਚ ਕਿਹਾ ਜਾਂਦਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਕਿ ਭਾਈ ਤੇਰੀ ਭਟਕਣ ਨਾ ਬਣੇ, ਤੂੰ ਆਪਣੇ ਗੁਰੂ ਸ਼ਬਦ ਨਾਲ ਜੁੜਿਆ ਰਹਿ। ਜੇ ਜੁੜਿਆ ਰਹੇਗਾ ਤਾਂ ਤੇਰੀ ਸ਼ੁੱਧਤਾ, ਤੇਰੀ ਪਵਿੱਤਰਤਾ ਬਣੀ ਰਹੇਗੀ। ਜੇ ਤੂੰ ਕਿਸੇ ਹੋਰ ਤਰਫ ਚਲਿਆਗਾ ਤੇਰਾ ਕਰਮ ਭ੍ਰਿਸ਼ਟ ਹੋ ਜਾਏਗਾ। ਫਿਰ ਕਹਿੰਦੇ ਬੁੱਧੀ, ਹੁਣ ਇਹ ਅੰਦਰਲਾ ਸਿਰਸਤਾ ਜ਼ਿਆਦਾ ਪ੍ਰਭਾਵਿਤ ਹੁੰਦਾ। ਮੈਂ ਆਪਦੇ ਸਨਮੁਖ ਜ਼ਿਕਰ ਰੱਖਦਿਆਂ, ਜਦੋਂ ਅਸੀਂ ਕਿਸੇ ਫੁਰਨੇ ਬਾਰੇ, ਕੋਈ ਫੁਰਨਾ ਸਾਡੇ ਅੰਦਰ 10 ਸੈਕਿੰਡ ਚੱਲਦਾ ਹੈ ਨਾ, ਜਾਂ ਤਾਂ ਉਹਨੂੰ ਵਾਸ਼ ਆਊਟ ਕਰਕੇ ਬਾਹਰ ਕੱਢ ਦਿਓ,
ਜਾਂ ਉਸ ਫੁਰਨੇ ਦੇ ਸੁਭਾਅ ਨੂੰ ਬਦਲ ਦਿਓ ਕੋਈ ਦੂਜਾ ਕਰਮ ਸ਼ੁਰੂ ਕਰਕੇ। ਜੇ ਨਹੀਂ ਕਰ ਸਕਦੇ ਤਾਂ ਇਹਦੀ ਸਮੱਸਿਆ ਇਹ ਹੈ ਕਿ ਬੁੱਧੀ ਜਿਹੜੀ ਨਿਰਣਾ ਕਰਨ ਦਾ ਕਾਰਜ ਕਰਦੀ ਹੈ ਇਹ ਉਹਨੂੰ ਵੀ ਪ੍ਰਭਾਵਿਤ ਕਰ ਲਏਗਾ, ਅਤੇ ਇਸ ਕਰਕੇ ਮਨ ਦੀ ਜਿਹੜੀ ਵਿਹੜੀ ਹੋਈ ਬੁੱਧੀ ਹੈ ਉਹ ਕਈ ਵਾਰੀ ਠੀਕ ਨਿਰਣਾ ਕਰਨ ਤੋਂ ਅਸਮਰੱਥ ਜਵਾਬ ਦੇ ਜਾਂਦੀ ਹੈ, ਅਤੇ ਮਨ ਆਪਣੇ ਬੁਰੇ ਕਰਮ ਦੇ ਸੰਕਲਪ ਨਾਲ ਬੁੱਧੀ ਨੂੰ ਵੀ ਠੱਗ ਲੈਂਦਾ। ਇਸ ਕਰਕੇ ਪਾਪ ਕਰਮ ਕਰਨ ਲੱਗਿਆਂ ਬੰਦੇ ਨੂੰ ਇੱਕ ਤਰਫ ਪਤਾ ਵੀ ਹੁੰਦਾ ਹੈ ਕਿ ਇਹ ਪਾਪ ਕਰਮ ਹੈ, ਪਰ ਉਹਦਾ ਜਿਹੜਾ ਮਨ ਦਾ ਬਣਿਆ ਹੋਇਆ ਪ੍ਰਭਾਵ ਹੈ ਉਹ ਬੁੱਧੀ ਦੇ ਚੰਗੇਪਣ ਨੂੰ ਵੀ ਠੱਗ ਲੈਂਦਾ ਅਤੇ ਬੁੱਧੀ ਵੀ ਉਹਦੇ ਵਿੱਚ ਭੁਗਤ ਜਾਂਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਹਿ ਦਿਸ ਲਾਗੀ ਆਗ। ਅੱਗੇ ਆਉਂਦਾ ਚਿੱਤ। ਹੁਣ ਇਸ ਚਿੱਤ ਦੇ ਵਿੱਚ ਸਿਰਜਣਹਾਰ ਦੀ ਯਾਦ ਨੂੰ ਸਮਾਉਣਾ ਸੀ ਅਤੇ ਜੋ ਕੁਝ ਵੀ ਦੇਖਣਾ ਸੀ ਉਹਨੂੰ ਪ੍ਰਭੂ ਰੂਪ ਸਮਝਣਾ ਸੀ। ਹੁਣ ਇਸ ਚਿੱਤ ਦੇ ਵਿੱਚ ਸਾਰਾ ਕੁਝ ਆਪਣਾ ਸਮਝ ਕੇ ਜੀਵਿਆ ਜਾ ਰਿਹਾ ਛੋਟੇ ਪੱਧਰ 'ਤੇ, ਅਤੇ ਉਹਦੀ ਹਉਮੈ ਬਣਾਈ ਜਾ ਰਹੀ ਹੈ ਜਿੰਮੇਦਾਰ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਿੱਤ ਦੇ ਪੱਧਰ 'ਤੇ ਵੀ, ਅਤੇ ਕਹਿੰਦੇ ਅੱਗੇ ਜਿਹੜੀ ਅਹੰ ਹੈ ਕਿ ਅਹੰ ਨੂੰ ਅਸਲ ਦੇ ਵਿੱਚ ਪ੍ਰਭੂ ਦੀ ਆਪਣੇ ਆਪ ਨੂੰ ਅੰਸ਼ ਸਮਝਣਾ ਸੀ, ਪਰ ਆਪਣੀ ਹਸਤਰੀ ਵੱਖਰੀ ਬਣਾ ਕੇ ਬੈਠ ਗਏ ਹਨ। ਕਹਿੰਦੇ ਇਸ ਕਰਕੇ ਦਹਿ ਦਿਸ ਲਾਗੀ ਆਗ, ਅਤੇ ਇਹਨਾਂ ਸਾਰਿਆਂ ਦਾ ਕੇਂਦਰ ਮਨ। ਕਹਿੰਦੇ ਇਹਨੇ ਸਾਰੇ ਕੁਝ ਨੂੰ ਪ੍ਰਭਾਵਿਤ ਕੀਤਾ ਹੋਇਆ। ਇਸ ਕਰਕੇ ਹੁਣ ਲੜੀ ਦੇਖੋ ਸ਼ੁਰੂ ਕਿੱਥੋਂ ਹੁੰਦੀ ਹੈ, ਮਨ ਤੋਂ ਹੁੰਦੀ ਹੈ। ਅਤੇ ਪੱਛਮ ਦੀ ਸਮੱਸਿਆ ਹੈ, ਅਸੀਂ ਜਿਹੜੇ ਦਰਸ਼ਨ ਪੜ੍ਹਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਪੱਛਮ ਦੇ ਕੋਲੋਂ ਅਜੇ ਤੱਕ ਇਹ ਗੱਲ ਨਹੀਂ ਪਕੜੀ ਗਈ ਕਿ ਮਨ ਦੀ ਕੰਸੈਪਸ਼ਨ ਜਿਹੜੀ ਏਸ਼ੀਆ ਨੇ ਬਣਾਈ ਹੈ ਜਾਂ ਭਾਰਤ ਦੀ ਗਿਆਨ ਪਰੰਪਰਾ ਨੇ ਬਣਾਈ ਹੈ ਇਹ ਕੀ ਹੈ। ਅਤੇ ਜਿੰਨਾ ਚਿਰ ਇਹ ਪਕੜ 'ਚ ਨਹੀਂ ਆਉਂਦੀ ਦੁਨੀਆ 'ਤੇ ਕੋਈ ਵੱਡੀ ਸਿਵਲਾਈਜੇਸ਼ਨ ਕ੍ਰੀਏਟ ਨਹੀਂ ਕੀਤੀ ਜਾ ਸਕਦੀ। ਜਿੰਨਾ ਚਿਰ ਬੰਦੇ ਦੇ ਇਸ ਸੈਂਟਰ ਨੂੰ ਨਹੀਂ ਸਮਝਿਆ ਜਾਂਦਾ ਕਿ ਇਹ ਕੀ ਹੈ, ਮਨ ਕੀ ਹੈ, ਕਿਉਂਕਿ ਬਾਡੀ ਤਾਂ ਹੈ ਨਹੀਂ, ਇਹ ਤਾਂ ਮਨੁੱਖ ਦੇ ਅੰਦਰ ਬਣਿਆ ਹੋਇਆ ਇੱਕ ਅਦ੍ਰਿਸ਼ ਸੰਸਾਰ ਹੈ ਜਿਹਦੇ ਵਿੱਚ ਉਹਦੇ ਸਾਰੇ ਵਰਤਾਰੇ ਚੱਲਦੇ ਨੇ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਹਿ ਦਿਸ ਲਾਗੀ ਆਗ, ਇਹ 10 ਦਿਸ਼ਾ ਤੋਂ ਜਲ ਰਹੀ ਹੈ। ਅਤੇ ਅੱਗੇ ਸਮੱਸਿਆ ਦੱਸੀ ਆ ਉਹਨਾਂ ਨੇ ਸਿਆਣੇ ਲੋਕਾਂ ਦੀ, ਇਹ ਆਮ ਦੀ ਗੱਲ ਨਹੀਂ। ਅੱਜ ਦੇ ਸ਼ਲੋਕ ਦੇ ਵਿੱਚ ਕਹਿੰਦੇ ਪੰਡਿਤ ਪੰਡਿਤ ਜਲ ਮੂਏ ਮੂਰਖ ਉਬਰੇ ਭਾਗ। ਕਹਿੰਦੇ ਜਿਹੜੀ ਅੱਗ ਲੱਗੀ ਸੀ ਇਹਦੇ ਵਿੱਚੋਂ ਮੂਰਖ ਬਚ ਗਏ, ਅਤੇ ਜਿਹੜੇ ਸਿਆਣੇ ਵਿਦਵਾਨ ਪੰਡਿਤ ਗਿਆਨੀ ਅਖਵਾਉਂਦੇ ਸਨ ਕਹਿੰਦੇ ਉਹ ਸੜ ਕੇ ਮਰ ਗਏ। ਇਹ ਸਰਲ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਹੈ। ਹੁਣ ਪੰਡਿਤ ਪੰਡਿਤ ਜਲ ਮੂਏ ਕਿਵੇਂ? ਹੁਣ ਉਦਾਹਰਨ ਦੇ ਤੌਰ 'ਤੇ ਗਿਆਨੀ ਬੰਦੇ ਨੂੰ ਗਿਆਨ ਹੈ, ਉਹ ਲੱਗੀ ਹੋਈ ਇਸ ਅੱਗ ਵਿੱਚ ਕਿਵੇਂ ਸੜ ਜਾਏਗਾ, ਉਹਨੂੰ ਤਾਂ ਪਤਾ ਅੱਗ ਕਿਵੇਂ ਲੱਗੀ, ਅੱਗ ਤੋਂ ਭੱਜਣਾ ਕਿਵੇਂ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਪੰਡਿਤ ਪੰਡਿਤ ਜਲ ਮੂਏ, ਭਾਵ ਕਿ ਹੁਣ ਇਹਦੇ ਵਿੱਚ ਫੇਰ ਇੱਕ ਲੜੀ ਪੂਰੀ ਬਣਦੀ ਹੈ ਕਿ ਜਦੋਂ ਮਨੁੱਖ ਗਿਆਨ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਗਿਆਨ ਦੀਆਂ 3 ਸਥਿਤੀਆਂ ਆਪ ਜੀ ਨੂੰ ਅੱਗੇ ਵੀ ਵਿਦਿਤ ਕਰਵਾਈਆਂ ਨੇ ਕਿ ਗਿਆਨ ਦਾ ਅਰਥ ਬੋਧ, ਜਾਣਨਾ ਬੋਧ, ਗਿਆਨ ਦਾ ਅਰਥ ਬੁੱਝਣਾ, ਅਤੇ ਗਿਆਨ ਦਾ ਅਰਥ ਅਨੁਭਵ ਦੇ ਵਿੱਚ ਢਲ ਕੇ ਉਹਦਾ ਰੂਪ ਹੋ ਜਾਣਾ। ਹੁਣ ਭਗਤ ਕਬੀਰ ਸਾਹਿਬ ਜਿਹੜਾ ਪੰਡਿਤ ਸ਼ਬਦ ਵਰਤਦੇ ਨੇ, ਅਤੇ ਪੰਡਿਤ ਦਾ ਮਤਲਬ ਹੈ ਜਿਹਦੇ ਕੋਲੋਂ ਡਾਟਾ ਹੈ, ਜਿਹਦੇ ਕੋਲੋਂ ਚੀਜ਼ ਦਾ ਤੱਤ ਨਹੀਂ ਹੈ, ਡਾਟਾ ਹੈ ਉਹਦੇ ਕੋਲੋਂ। ਇੱਥੇ ਉਸ ਪੰਡਿਤ ਦੀ ਗੱਲ ਹੋ ਰਹੀ ਹੈ। ਤਾਂ ਕਰਕੇ ਗੁਰਬਾਣੀ 'ਚ ਵਾਕ ਆਉਂਦੇ ਨੇ ਵੇਦ ਪੁਰਾਨ ਪੜ੍ਹੇ ਕੋ ਕਿਆ ਗੁਣ ਖਰ ਚੰਦਨ ਜਸ ਭਾਰਾ। ਕਹਿੰਦੇ ਜੇ ਤੈਨੂੰ 4 ਵੇਦ ਜ਼ੁਬਾਨੀ ਵੀ ਯਾਦ ਹੈ ਅਤੇ ਇਹਦੇ ਕਿਹੜੀ ਵੱਡੀ ਗੱਲ ਹੈ, ਇਹ ਤਾਂ ਤੇਰੇ ਕੋਲ ਡਾਟਾ ਹੈ ਨਾ, ਵੀ ਡਾਟਾ ਹੈ, ਤੈਨੂੰ ਯਾਦ ਹੈ ਬਹੁਤ ਜ਼ਿਆਦਾ ਵਾਕ, ਉਹਦਾ ਪਾਠ, ਉਹਦੇ ਅਰਥ ਯਾਦ ਨੇ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਿਤ ਪੰਡਿਤ ਜਲ ਮੂਏ। ਹੁਣ ਇਹਦੇ ਵਿੱਚ 2 ਬੰਦਿਆਂ ਦੀ, ਇੱਕ ਜਿਹੜੇ ਸਰਲ ਬੰਦੇ ਨੇ ਉਹਨਾਂ ਦੀ ਗੱਲ, ਅਤੇ ਇੱਕ ਜਿਹੜੇ ਗਿਆਨੀ ਉਹਨਾਂ ਦੀ ਸਮੱਸਿਆ ਦੱਸੀ ਹੋਈ ਹੈ ਕਿ ਜਿਹੜੇ ਪੰਡਿਤ ਪੰਡਿਤ। ਹੁਣ ਪੰਡਿਤ ਨੇ ਜਦੋਂ ਧਰਮ ਸ਼ਾਸਤਰ ਦੇ ਵਿੱਚ ਤ੍ਰਿਸ਼ਨਾ ਬਾਰੇ, ਮਾਇਆ ਬਾਰੇ ਪੜ੍ਹ ਲਿਆ, ਮਾਇਆ ਉਤਪਤ ਕਿਵੇਂ ਹੁੰਦੀ ਹੈ, ਮਾਇਆ ਜੀਵਨ 'ਚ ਪ੍ਰਭਾਵ ਕਿਵੇਂ ਪਾਉਂਦੀ ਹੈ, ਇਹਦੇ ਫੁਰਨੇ ਕਿਹੜੇ ਕਿਹੜੇ ਹੁੰਦੇ ਨੇ, ਇਹ ਸਾਰਾ ਕੁਝ ਕਹਿੰਦੇ ਉਹਨੇ ਡਾਟੇ ਦੇ ਰੂਪ ਵਿੱਚ ਯਾਦ ਕਰ ਲਿਆ। ਪਰ ਜਿੱਥੇ ਜਾ ਕੇ ਆਪਣੇ ਸਾਰੇ ਗਿਆਨ ਨੂੰ ਕਨੈਕਟ ਕਰਕੇ ਆਪਣੇ ਜੀਵਨ ਨੂੰ ਸਵਾਰਨਾ ਸੀ, ਹੁਣ ਉਦਾਹਰਨ ਦੇ ਤੌਰ 'ਤੇ ਅੱਗ ਲੱਗੀ ਹੋਵੇ, ਅੱਗ ਬੁਝਾਊ ਯੰਤਰ ਅਸੀਂ ਅੱਗ ਦੇ ਨੇੜੇ ਲੈ ਜਾਈਏ ਅਤੇ ਅੱਗ ਦੀ ਬੁਝਾਉਣ ਵਾਲੇ ਯੰਤਰ ਦਾ ਮੂੰਹ ਵੀ ਉਸ ਤਰਫ ਕਰ ਦਈਏ, ਪਰ ਉਹਦੇ ਵਿੱਚੋਂ ਪਾਣੀ ਨਾ ਕੱਢੀਏ ਤਾਂ ਅੱਗ ਨਹੀਂ ਬੁਝੇਗੀ। ਵੇਦ ਸ਼ਾਸਤਰਾਂ ਧਰਮ ਗ੍ਰੰਥਾਂ ਦਾ ਗਿਆਨ ਲੈ ਕੇ ਪੰਡਿਤ ਬਣ ਗਏ, ਪਰ ਉਸ ਗਿਆਨ ਦੇ ਨਾਲ ਜਿਹੜੀ ਅੰਤਰ ਅਗਨ ਨੂੰ ਬੁਝਾਉਣਾ ਸੀ ਉਹਦੀ ਤਰਫ ਮੂੰਹ ਵੀ ਕਰ ਲਿਆ, ਪਰ ਗਿਆਨ ਦੀ ਮਾਰ ਉਸ ਪੱਧਰ ਤੱਕ ਕੀਤੀ ਨਾ ਤਾਂ ਅੰਤਰ ਦੀ ਅਗਨ ਕਿਵੇਂ ਬੁਝਾਈ ਜਾਣੀ ਸੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਿਤ ਪੰਡਿਤ ਜਿਹੜੇ ਆਪਣੇ ਆਪ ਨੂੰ ਸਿਆਣੇ ਵਿਦਵਾਨ ਸਮਝਦੇ ਸੀ, ਕਹਿੰਦੇ ਉਹ ਜਲ ਮੂਏ, ਉਹ ਸੜ ਗਏ ਨੇ ਇਹਦੇ ਵਿੱਚ ਹੀ। ਆਪਣੇ ਆਪ ਨੂੰ ਸਮਝਦੇ ਸੀ ਕਿ ਮੈਨੂੰ ਕ੍ਰੋਧ ਬਾਰੇ ਗਿਆਨ ਹੈ ਅਤੇ ਮੈਨੂੰ ਕ੍ਰੋਧ ਕੀ ਕਰੇਗਾ, ਪਰ ਕਹਿੰਦੇ ਇਹ ਨਹੀਂ ਸੋਚਿਆ ਕਿ ਕ੍ਰੋਧ ਬਾਰੇ ਤੇਰੇ ਕੋਲੋਂ ਡਾਟਾ ਹੈ। ਇਸ ਕਰਕੇ ਜਿਹੜਾ ਅੱਜ ਜਿੰਨੇ ਬੰਦੇ ਹਨ ਬਹੁਤਿਆਂ ਕੋਲੋਂ ਡਾਟਾ ਹੁੰਦਾ ਹੈ,
ਗਿਆਨ ਬਹੁਤ ਘੱਟ ਬੰਦਿਆਂ ਕੋਲ ਹੁੰਦਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਬਾਣੀ ਦਾ ਪਾਠ ਯਾਦ ਹੋ ਜਾਣਾ ਇਹ ਡਾਟਾ ਹੈ, ਪਰ ਇਹਦਾ ਅੰਤਰੀਵ ਅਨੁਭਵ ਕੀ ਹੈ, ਇੱਕ ਇੱਕ ਪੰਕਤੀ 'ਚੋਂ ਅਸੀਂ ਕੀ ਅਨੁਭਵ ਕਮਾਇਆ ਹੈ, ਉਹ ਅਨੁਭਵ ਜਿਹੜਾ ਹੈ ਉਹਦੇ ਲਈ ਆਪਣਾ ਜੀਵਨ ਵਿੱਚ ਪਾਉਣਾ ਪੈਂਦਾ, ਆਪਣਾ ਫੋਰਸ ਸਾਰਾ ਕੁਝ ਲਾਉਣਾ ਪੈਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਤ ਪੰਡਤ ਜਲ ਮੂਏ ਮੂਰਖ ਉਬਰੇ ਭਾਗ। ਪੰਡਤ ਇਸ ਗੱਲ ਦੀ ਸਦਾ ਹੀ ਵਿਚਾਰਤ ਕਰਦੇ ਰਹੇ, ਇਸ ਭਰਮ ਦੇ ਵਿੱਚ ਰਹੇ। ਹੁਣ ਇਹਦੇ ਵਿੱਚ ਇੱਕ ਹੋਰ ਸਮੱਸਿਆ ਕਿ ਪੰਡਤ ਜਲ ਕਿਵੇਂ ਗਏ, ਗਿਆਨੀ ਬੰਦਾ ਜਲ ਕਿਵੇਂ ਗਿਆ। ਇੱਕ ਸ਼ਾਇਦ ਆਪ ਜੀ ਇਸ ਗੱਲ ਤੋਂ ਜਾਣੂ ਹੋਵੋ ਕਿ ਜਿਹੜੇ ਬਹੁਤ ਬੰਦੇ ਗਿਆਨ ਦੀ ਇੰਟੈਂਸ ਵਿੱਚ ਰਹਿੰਦੇ ਨੇ, ਤੀਬਰਤਾ ਵਿੱਚ, ਉਹਦੇ ਉੱਚ ਅਭਿਆਸ 'ਚ ਰਹਿੰਦੇ ਨੇ, ਇੱਕ ਟਾਈਮ 'ਤੇ ਜਾ ਕੇ ਉਹਨਾਂ ਨੂੰ ਭਰਮ ਬਣ ਜਾਂਦਾ ਹੈ ਕਿ ਪਾਪ ਪੁੰਨ ਤਾਂ ਕੋਈ ਚੀਜ਼ ਹੀ ਨਹੀਂ। ਇਸ ਕਰਕੇ ਤੁਹਾਨੂੰ ਮੈਂ ਕਦੇ ਮੇਰੇ ਨਿਕਟ ਵਰਤੀ ਐਸੇ ਹਨ, ਉਹਨਾਂ ਕੋਲ ਐਡੀ ਕਮਾਲ ਦੀ ਵਿਆਖਿਆ, ਇੰਨੀ ਸ਼ਾਰਪ ਵਿਆਖਿਆ ਹੁੰਦੀ ਹੈ, ਅਗਰ 1 ਘੰਟਾ ਤੁਸੀਂ ਉਹਨਾਂ ਦਾ ਲੈਕਚਰ ਸੁਣ ਲਓ, ਤੁਸੀਂ ਕਹੋਗੇ ਪਾਪ ਪੁੰਨ ਤਾਂ ਕੁਝ ਹੁੰਦਾ ਹੀ ਨਹੀਂ। ਉਹਨਾਂ ਕੋਲੋਂ ਗਿਆਨ ਦਾ ਅਭਿਆਸ ਇੰਨਾ ਤਿੱਖਾ ਆ ਜਾਂਦਾ ਹੈ, ਸ਼ਬਦ ਦੀ ਸਮਰੱਥਾ ਇੰਨੀ ਜ਼ਿਆਦਾ ਤੇਜ਼ ਆ ਜਾਂਦੀ ਹੈ, ਉਹ ਫਿਰ ਇੱਕ ਪੱਧਰ 'ਤੇ ਜਾ ਕੇ ਆਪਣੀ ਬੁੱਧੀ ਨੂੰ ਸਹਿਮਤ ਕਰ ਲੈਂਦੇ ਨੇ ਪਾਪ ਪੁੰਨ ਕੁਝ ਨਹੀਂ ਹੈ। ਪਾਪ ਪੁੰਨ ਨਾ ਕੁਝ ਕਰਨ ਕਰਕੇ ਉਹ ਸਭ ਤਰ੍ਹਾਂ ਦੇ ਕਰਮ ਕਰਦੇ ਹਨ, ਅਤੇ ਉਹ ਆਖਦੇ ਹਨ ਕਿ ਭੋਗਣ ਵਾਲਾ ਸਰੀਰ ਹੈ, ਫੁਰਨਾ ਕਰਨ ਵਾਲਾ ਮਨ ਹੈ, ਆਤਮਾ ਨੂੰ ਇਹਦਾ ਕੋਈ ਪ੍ਰਭਾਵ ਨਹੀਂ ਪਹੁੰਚਦਾ। ਇਸ ਭਰਮ ਦੇ ਵਿੱਚ ਰਹਿ ਕੇ ਉਹ ਸਾਰੇ ਮਲੀਨ ਕਰਮ ਕਰਦੇ ਹਨ, ਕਿਉਂਕਿ ਉਹਨਾਂ ਨੇ ਆਪਣੀ ਪੋਜੀਸ਼ਨ ਬਣਾ ਲਈ ਹੁੰਦੀ ਹੈ ਕਿ ਸਾਡੀ ਆਤਮਾ ਨੂੰ ਕੋਈ ਪਾਪ ਨਹੀਂ ਲੱਗਣਾ। ਅਤੇ ਜਿਹੜਾ ਪਾਪ ਮਨ ਨੂੰ ਲੱਗਣਾ ਅਤੇ ਮਨ ਤਾਂ ਖਤਮ ਹੋਣ ਵਾਲੀ ਚੀਜ਼ ਹੈ, ਆਤਮਾ ਨਾ ਖਤਮ ਹੋਣ ਵਾਲੀ ਚੀਜ਼ ਹੈ। ਇਸ ਕਰਕੇ ਉਹ ਇਵੇਂ ਦਾ ਭਰਮ ਸਾਜ ਲੈਂਦੇ ਨੇ ਅਤੇ ਹਰੇਕ ਮਲੀਨ ਕਰਮ ਕਰਦੇ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੂਰਖ ਉਬਰੇ ਭਾਗ। ਹੁਣ ਜਿਵੇਂ ਆਮ ਗੱਲ ਹੈ ਕਿ ਜਿਹੜਾ ਡੁੱਬਦਾ ਉਹ ਤਾਰੂ ਡੁੱਬਦਾ ਹੈ, ਅਣਤਾਰੂ ਡੁੱਬਦਾ ਹੀ ਨਹੀਂ। ਕਿਉਂ ਨਹੀਂ ਡੁੱਬਦਾ? ਕਿ ਅਣਤਾਰੂ ਨੂੰ ਪਤਾ ਹੈ ਉਹ ਪੈਰ ਪਾਣੀ 'ਚ ਪਾਉਂਦਾ ਹੀ ਨਹੀਂ, ਤਾਂ ਉਹ ਜਦੋਂ ਪਾਣੀ 'ਚ ਪੈਰ ਹੀ ਨਹੀਂ ਪਾਏਗਾ ਡੁੱਬੇਗਾ ਕਿੱਥੇ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਤ ਪੰਡਤ ਜਲ ਮੂਏ। ਇਸ ਤਰ੍ਹਾਂ ਦੇ ਲੋਕ ਇਹ ਤੁਹਾਨੂੰ ਧਾਰਮਿਕ ਜਗਤ ਦੇ ਅੰਦਰ ਮਿਲਣਗੇ, ਬਾਹਰ ਨਹੀਂ ਮਿਲਣਗੇ। ਬਾਹਰ ਉਹਨਾਂ ਦਾ ਜੀਵਨ ਇੱਕ ਖਾਸ ਤਰ੍ਹਾਂ ਦੇ ਚੌਖਟੇ 'ਚ ਉਹਨਾਂ ਢਾਲਿਆ ਹੁੰਦਾ ਹੈ। ਇਸ ਕਰਕੇ ਭਗਤ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ 'ਚ ਫਰਮਾਇਆ ਨਾ ਕਿ ਰਾਤੀ ਬੈਸ ਮਾਸ ਨੱਕ ਪਕੜੇ, ਕਿ ਦਿਨੇ ਸਾਰਾ ਦਿਨ ਉਹ ਮਾਸ ਤੋਂ ਘਿਰਣਾ ਕਰਨੀ, ਨੱਕ ਫੜ ਕੇ ਰੱਖਣਾ, ਅਤੇ ਰਾਤ ਜਦੋਂ ਆਪਣੇ ਨਿੱਜ ਘਰ ਦੇ ਵਿੱਚ ਬਹਿਣਾ ਅਤੇ ਮਾਸ ਦਾ ਭੋਜਨ ਕਰਨਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਤ ਪੰਡਤ ਜਲ ਮੂਏ। ਬੜੇ ਐਸੇ ਮਿਲ ਜਾਂਦੇ ਨੇ ਕਿ ਜੀ ਮੈਨੂੰ ਤਾਂ ਕੋਈ ਪਾਪ ਲੱਗਦਾ ਹੀ ਨਹੀਂ, ਮੈਂ ਜਿਹੜਾ ਮਰਜ਼ੀ ਕਰਮ ਕਰ ਲਵਾਂ। ਇਹਦੇ ਵਿੱਚ ਉਹ ਸਾਰੇ ਮਲੀਨ ਕਰਮ ਕਰਦੇ। ਮੈਂ ਗੱਲ ਦਾ ਵਿਸਥਾਰ ਬਹੁਤਾ ਨਹੀਂ ਰੱਖਾਂਗਾ, ਸਮਝ ਲੈਣਾ ਇੰਨੇ ਨੁਕਤੇ ਤੋਂ ਕਿ ਉਹ ਆਪਣੀ ਇੱਕ ਸਥਿਤੀ ਬਣਾ ਲੈਂਦੇ ਨੇ ਕਿ ਮੈਂ ਆਤਮਾ, ਮੈਨੂੰ ਕੋਈ ਪਾਪ ਨਹੀਂ ਲੱਗਣਾ, ਹਰੇਕ ਪਾਪ ਕਰਮ ਕਰਦੇ ਨੇ, ਮੇਰੀ ਆਤਮਾ ਉਜਲ ਹੈ, ਮੈਨੂੰ ਕੋਈ ਮੈਲ ਨਹੀਂ ਲੱਗਣੀ। ਉਹ ਸਾਰੇ ਮਲੀਨ ਕਰਮ ਕਰਦੇ ਨੇ। ਇਹ ਧਰਮ ਦੇ ਇੰਟੀਰੀਅਰ ਗੱਲ ਵਾਪਰਦੀ ਹੈ। ਬਾਹਰੋਂ ਇਸ ਕਰਕੇ ਜਿੰਨਾ ਬਾਹਰ ਧਰਮ ਦਾ ਰੂਪ ਦਿਖਦਾ, ਕਦੀ ਵੀ ਉਹਦੇ ਉੱਪਰ ਕੇਂਦਰਿਤ ਨਹੀਂ ਹੋਣਾ ਚਾਹੀਦਾ। ਉਹਦਾ ਅੰਤਰ ਦੇਖੋ, ਜੇ ਉਹਦਾ ਅੰਤਰ ਉਜਲ ਹੈ ਫਿਰ ਉਹਦੀ ਰਿਸਪੈਕਟ ਕਰੋ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਤ ਪੰਡਤ ਜਲ ਮੂਏ। ਕਥਨੀ ਬੜੀ ਚੰਗੀ ਕਰਦਾ ਹੈ, ਵਾਕ ਬੜੇ ਕਮਾਲ ਦੇ ਨੇ, ਸ਼ਬਦ ਦਾ ਗਿਆਨ ਬੜਾ ਹੈ, ਪਰ ਕਹਿੰਦੇ ਪੰਡਤ ਹੋਣ ਦੇ ਬਾਵਜੂਦ ਆਪ ਕਿਸੇ 10 ਦਿਸ਼ਾ ਦੀ ਅੱਗ ਦੇ ਵਿੱਚ ਰੋਜ਼ ਜਲ ਰਿਹਾ ਹੈ, ਅਤੇ ਉਸ ਜਲਣ ਨੂੰ ਆਪਣਾ ਜਲਣ ਨਹੀਂ ਸਮਝਦਾ। ਜੇ ਉਸ ਨੂੰ ਜਲਣ ਨੂੰ ਕੋਈ ਉਹਦੇ 'ਤੇ ਕਟਾਕਸ਼ ਕਰਦੇ ਜੀ ਤੁਹਾਡਾ ਜੀਵਨ ਮਲੀਨ ਹੈ, ਅਤੇ ਉਹਦੇ ਅੱਗੇ ਕਹਿੰਦੇ ਹਵਾਲੇ ਬਣਾ ਲੈਂਦਾ ਕਿ ਨਹੀਂ ਆਤਮਾ ਨੂੰ ਤਾਂ ਕੋਈ ਪਾਪ ਲੱਗਦਾ ਹੀ ਨਹੀਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਭਰਮ ਦੇ ਵਿੱਚ ਪੰਡਤ ਪੰਡਤ ਜਲ ਮੂਏ ਮੂਰਖ ਉਬਰੇ ਭਾਗ। ਪਰ ਕਹਿੰਦੇ ਇਹ ਗਿਆਨ ਦੀ ਗੱਲ ਪੜ੍ਹ ਕੇ ਵੀ ਉਹਦੇ ਤੋਂ ਅਣਜਾਣ ਰਹੇ, ਪਰ ਜਿਹੜੇ ਮੂਰਖ ਸਨ, ਜਿਹੜੇ ਕੋਈ ਗੱਲ ਨਹੀਂ ਜਾਣਦੇ ਸਨ, ਉਹ ਇੱਕ ਪਰਮੇਸ਼ਰ ਦੇ ਭੈ ਵਿੱਚ ਰਹੇ, ਇੱਕ ਡਰ ਦੇ ਵਿੱਚ ਰਹੇ ਕਿ ਅਗਰ ਅਸੀਂ ਮਾਇਆ ਦੇ ਅਧੀਨ ਹੋ ਗਏ ਤਾਂ ਸਾਡੇ ਜੀਵਨ ਦੀ ਜਿਹੜੀ ਰਾਸ ਹੈ, ਖਸਲਤ ਹੈ, ਉਹ ਖੁਆਰ ਹੋ ਜਾਣੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੂਰਖ ਉਬਰੇ ਭਾਗ। ਇੱਥੇ ਮੂਰਖ ਦੀ ਉੱਤਮਤਾ ਵੀ ਲੱਭਦੀ ਹੈ ਕਿ ਜਿਹੜਾ ਕੁਝ ਨਹੀਂ ਸੀ ਜਾਣਦਾ ਉਹ ਬਚ ਗਿਆ। ਇਹਦਾ ਇੱਕ ਸਰਲ ਜਿਹਾ ਪ੍ਰਮਾਣ ਆਪਦੇ ਸਨਮੁਖ ਰੱਖਦੇ ਹਾਂ। ਕਿਸੇ ਬੇੜੀ ਦੇ ਵਿੱਚ ਇੱਕ ਪੰਡਤ ਸਵਾਰ ਹੋ ਗਿਆ, ਹੋਰ ਲੋਕ ਵੀ ਬੈਠੇ ਹੋਏ ਸਨ। ਜਦੋਂ ਬੇੜੀ ਚੱਲਣ ਲੱਗ ਪਈ, ਗੱਲਾਂ ਬਾਤਾਂ ਸ਼ੁਰੂ ਹੋ ਗਈਆਂ। ਪੰਡਤ ਬੇੜੀ ਚਲਾਉਣ ਵਾਲੇ ਨੂੰ ਪੁੱਛਣ ਲੱਗਾ ਕਿ ਤੈਨੂੰ ਤੈਰਨਾ ਆਉਂਦਾ, ਤੈਨੂੰ ਵੇਦ ਸ਼ਾਸਤਰਾਂ ਦਾ ਪਾਠ ਕਰਨਾ ਆਉਂਦਾ ਹੈ? ਕਹਿੰਦਾ ਜੀ ਨਹੀਂ। ਕਹਿੰਦਾ ਤੈਨੂੰ ਵਿਚਾਰ ਕਰਨੀ ਆਉਂਦੀ? ਕਹਿੰਦਾ ਨਹੀਂ। ਕਹਿੰਦਾ ਤੈਨੂੰ ਕਰਮ ਕਾਂਡ ਦੀਆਂ ਵਿਧੀਆਂ ਆਉਂਦੀਆਂ? ਕਹਿੰਦਾ ਜੀ ਨਹੀਂ। ਉਹ ਸਾਰੀ ਗੱਲਾਂ ਤੋਂ ਨਾਂਹ ਕਰਦਾ ਰਿਹਾ। ਪੰਡਤ ਕਹਿੰਦਾ ਤੇਰਾ ਤਾਂ ਜਨਮ ਪਈ, ਫਿਰ ਤਾਂ ਵਿਅਰਥ ਗਿਆ ਤੇਰਾ ਤਾਂ। ਅਤੇ ਥੋੜ੍ਹਾ ਅੱਗੇ ਗਏ, ਉਹ ਦਰਿਆ ਦੇ ਵਿੱਚ ਲਹਿਰਾਂ ਦਾ ਸਿਲਸਿਲਾ ਤੇਜ਼ ਹੋ ਗਿਆ, ਬੇੜੀ ਡੋਲਣ ਲੱਗ ਪਈ, ਅਤੇ ਮਲਾਹ ਕਹਿਣ ਲੱਗਾ ਕਿ ਪੰਡਤ ਜੀ
ਵੀ ਹੁਣ ਨਾ ਦਰਿਆ ਵਿੱਚ ਤੂਫਾਨ ਆਉਣ ਵਾਲਾ ਹੈ, ਦਰਿਆ ਦੀ ਹਾਲਤ ਦੱਸ ਰਹੀ ਹੈ, ਅਤੇ ਤੂਫਾਨ ਦੇ ਵਿੱਚ ਹੋ ਸਕਦਾ ਬੇੜੀ ਪਲਟ ਜਾਵੇ। ਬੇੜੀ ਪਲਟਣ ਤੋਂ ਨਾਲ ਅਸੀਂ ਮਰ ਜਾਵਾਂਗੇ। ਜੇ ਤੈਨੂੰ ਤੈਰਨਾ ਆਉਂਦਾ ਤਾਂ ਫਿਰ ਤੁਹਾਡਾ ਬਚਾਅ ਸੰਭਵ ਹੈ। ਤੁਹਾਨੂੰ ਤੈਰਨਾ ਆਉਂਦਾ ਕਿ ਨਹੀਂ? ਕਹਿੰਦਾ ਨਹੀਂ, ਮੈਨੂੰ ਤੈਰਨਾ ਨਹੀਂ ਆਉਂਦਾ। ਉਹ ਕਹਿੰਦਾ ਤੁਸੀਂ ਮੈਨੂੰ ਕਹਿੰਦੇ ਸੀ ਕਿ ਤੇਰੇ ਇੰਨੇ ਜਨਮ ਨਿਸ਼ਫਲ ਗਏ ਨੇ। ਕਹਿੰਦਾ ਫਿਰ ਹੁਣ ਤੁਹਾਡਾ ਨਾ ਤੈਰਨਾ ਤੁਹਾਡੀ ਸਾਰੀ ਵਿੱਦਿਆ ਨੂੰ ਰੋੜ ਕੇ ਲੈ ਜਾਏਗਾ, ਫਿਰ ਉੱਤਮ ਕੀ ਹੋਇਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਿਤ ਪੰਡਿਤ ਜਲ ਮੂਏ ਮੂਰਖ ਉਬਰੇ ਭਾਗ। ਇਸ ਕਰਕੇ ਅੱਜ ਜਿਹੜੀ ਪੰਡਿਤ ਹੋਣ ਦੀ ਸਮੱਸਿਆ ਉਹ ਵੀ ਬੜੀ ਹੈ। ਇਸ ਕਰਕੇ ਜੀਵਨ ਕਿਤੇ ਵੀ ਨਹੀਂ ਠਹਿਰਦਾ। ਮੈਂ ਕਿਸੇ ਦਿਨ ਨੁਕਤਾ ਕਿਸੇ ਨਾਲ ਸਾਂਝਾ ਕਰ ਰਿਹਾ ਸਾਂ ਕਿ ਅਸੀਂ ਜਿਹੜਾ ਧਰਮ ਦੇ ਅੰਤਰੀਵ ਬੰਦੇ ਵਿਚਰਦੇ ਨੇ, ਕਦੀ ਉਹਨਾਂ ਦੇ ਉੱਚ ਜੀਵਨ ਦੀ ਕਲਪਨਾ ਨਹੀਂ ਕਰਨੀ ਚਾਹੀਦੀ ਸਾਨੂੰ। ਜਦੋਂ ਕਰੋਗੇ ਉਹਦਾ ਬਹੁਤ ਨੇੜੇ ਹੋ ਕੇ ਫਿਰ ਕਲਪਨਾ ਕਰੋ ਉਹਦੀ। ਜੇ ਦੂਰੋਂ ਦੂਰੋਂ ਕਲਪਨਾ ਕਰ ਲਈ ਤਾਂ ਕਿਸੇ ਭਰਮ ਵਿੱਚ ਰਹਿ ਜਾਓਗੇ। ਮੈਂ ਆਪਣੇ ਬੜੇ ਭਰਮ ਟੁੱਟਦੇ ਦੇਖੇ ਨੇ। ਬੜਿਆਂ ਦਾ ਉੱਜਲ ਜੀਵਨ ਦੇਖ ਕੇ ਨੇੜੇ ਚਲੇ ਜਾਣਾ, ਜਦੋਂ ਅੱਗੇ ਜਾ ਕੇ ਅਸਲੀਅਤ ਦੇਖਣੀ, ਕਈ ਦਿਨਾਂ ਦੀ ਨਿਰਾਸ਼ਾ ਭੋਗਣੀ ਕਿ ਕਿਉਂ ਹੋਇਆ। ਗੁਰਬਾਣੀ 'ਚ ਵਾਕ ਆਉਂਦਾ, ਉਹ ਵਾਕ ਸਤਿਗੁਰੂ ਸਾਹਿਬ ਜੀ ਦੇ ਵਾਕ ਆਉਂਦੇ ਨੇ, ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬਪੁੜਾ ਜਨਮ ਨਾ ਭੇੜੀ ਅੰਗ। ਕਹਿੰਦੇ ਇਸ ਤਰ੍ਹਾਂ ਦਾ ਧਰਮ ਦੇ ਅੰਦਰ ਵਰਤਾਰਾ ਚੱਲਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਿਤ ਪੰਡਿਤ ਜਲ ਮੂਏ। ਉਹ ਇਸ ਗੱਲ ਦੇ ਵਿੱਚ ਹੀ ਭਰਮ ਗਏ, ਆਪਣੇ ਜੀਵਨ ਦੀ ਸਾਰ ਹੀ ਨਹੀਂ ਜਾਣੀ। ਤਾਂ ਕਰਕੇ ਗੁਰਬਾਣੀ ਵਿੱਚ ਵਾਕ ਆਉਂਦਾ ਹੈ ਕਿ ਜੇ ਪੰਡਿਤ ਤੂੰ 4 ਵੇਦ ਵੀ ਪੜ੍ਹ ਲਏ ਤਾਂ ਉਹਦੇ ਨਾਲ ਕੁਝ ਕਲਿਆਣ ਹੋਣ ਵਾਲਾ ਨਹੀਂ, ਕਿਉਂਕਿ ਗਿਆਨ ਦੇ ਭਾਵ ਨੂੰ ਨਹੀਂ ਬੁੱਝ ਰਿਹਾ। ਜਿੰਨਾ ਚਿਰ ਕਿਸੇ ਭਾਵ ਨੂੰ ਨਹੀਂ ਬੁੱਝ ਰਿਹਾ ਉਨਾ ਚਿਰ ਭਾਵ ਨਹੀਂ ਹੋ ਸਕਦਾ। ਜਿਵੇਂ ਕੱਲ੍ਹ ਵੀ ਨੁਕਤਾ ਹੋਇਆ ਸੀ ਕਿ ਜਦੋਂ ਗਿਆਨ ਡੇਟਾ ਹੁੰਦਾ, ਕੀ ਹੁੰਦਾ ਉਹਦੇ ਵਿੱਚ, ਜਿਵੇਂ ਅੱਖਰ ਦਾ ਮਤਲਬ ਜਿਹਦੇ ਕੋਲੋਂ ਜਾਣਕਾਰੀ ਹੈ ਉਹ ਕਹੇਗਾ ਜੀ ਇਹ ਮਤਲਬ ਅਲਫਾਬੈਟ ਹੁੰਦਾ ਹੈ, ਕੋਈ ਅੱਖਰ ਵਾਹ ਕੇ ਦੱਸ ਦੇਗਾ। ਪਰ ਜਿਹਦੇ ਕੋਲੋਂ ਠੀਕ ਗਿਆਨ ਹੋਏਗਾ ਕਹਿੰਦਾ ਮਤਲਬ ਜਿਹੜੀ ਨਾ ਖਰਨ ਵਾਲੀ ਚੀਜ਼ ਹੈ, ਨਾ ਖਰਨ ਵਾਲੀ ਚੀਜ਼ ਉਹ ਅਕਸ਼ਰ ਹੁੰਦਾ। ਅਤੇ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਿਤ ਪੰਡਿਤ ਜਲ ਮੂਏ। ਉਹ ਹੋਰ ਹੀ ਵਿਚਾਰਾਂ ਵਿੱਚ ਪਏ ਰਹੇ ਕਿ ਆਤਮਾ ਨਹੀਂ ਮਰਦੀ ਜਾਂ ਇਸ ਤਰ੍ਹਾਂ ਦੀ, ਪਰ ਕਹਿੰਦੇ ਬਾਕੀ ਸਾਰਾ ਜੀਵਨ ਮੈਲ ਵਾਲਾ ਰਿਹਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇੱਥੇ ਇਹਦਾ ਇੱਕ ਹੋਰ ਪੱਖ ਆਪਦੇ ਸਨਮੁਖ ਰੱਖਦੇ ਹਾਂ। ਪੰਡਿਤ ਪੰਡਿਤ ਜਲ, ਜਲ ਸ਼ਬਦ 'ਤੇ ਰੁਕ ਜਾਈਏ ਤਾਂ ਸਮਝ ਆਉਂਦੀ ਹੈ ਕਿ ਬਹੁਤ ਵਾਰੀ ਜਿਹੜੀ ਗੱਲ ਹੈ ਉਹ ਮੂਏ, ਉਹ ਫਿਰ ਜਲ ਦਾ ਭਾਵ ਕਿ ਉਹਨਾਂ ਨੂੰ ਜਲ ਦਾ ਭਾਵ ਸਮਝ ਨਹੀਂ ਆਉਂਦਾ। ਹੁਣ ਉਦਾਹਰਨ ਦੇ ਤੌਰ 'ਤੇ ਮੈਂ ਇਹ ਨਿੱਜ ਦੀ ਅੰਤਰੀਵ ਜਗਤ ਦੀਆਂ ਦੇਖੀਆਂ ਹੋਈਆਂ ਗੱਲਾਂ ਨੇ। ਇੱਕ ਮਟੀਰੀਅਲਿਸਟਿਕ ਬੰਦਾ ਤਾਂ ਦੌੜ ਮਿੱਥਦਾ ਹੈ ਕਿ ਮੈਂ ਇੰਨਾ ਧਨ 1 ਮਹੀਨੇ 'ਚ ਕਮਾਉਣਾ ਹੈ। ਇੱਕ ਮਟੀਰੀਅਲਿਸਟਿਕ ਬੰਦਾ ਜਿਹਨੂੰ ਅਸੀਂ ਸੰਸਾਰੀ ਕਹਿੰਦੇ ਹਾਂ, ਜਿਹਦੀ ਮੈਟਰ ਦੀ ਦੌੜ ਹੈ, ਉਹ ਤਾਂ ਯਤਨ ਲਾਉਂਦਾ ਹੈ। ਇੱਕ ਧਰਮ ਦੇ ਵਿੱਚ ਜਿਹਦੇ ਧਰਮ ਦਾ ਆਦਰਸ਼ ਹੀ ਸੰਤੋਖ ਸਬਰ ਸ਼ੁਕਰ ਜਾਂ ਸਿਫਰ ਹੋਣ ਦਾ ਹੈ, ਉਹ ਵੀ ਇਸ ਦੌੜ ਵਿੱਚ ਪਿਆ ਹੋਇਆ ਅਤੇ ਉਹ ਆਪਣੀ ਸਾਰੇ ਤਰ੍ਹਾਂ ਦੀ ਦੌੜ ਲਗਾ ਰਿਹਾ, ਹਜ਼ਾਰਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਕਿ ਮੇਰਾ 1 ਮਹੀਨੇ ਦਾ ਜਿਹੜਾ ਮਿੱਥਿਆ ਹੋਇਆ ਮਾਇਆ ਦਾ ਆਦਰਸ਼ ਹੈ ਉਹ ਟੀਚਾ ਪੂਰਾ ਹੋ ਜਾਏ। ਤਾਂ ਇਸ ਇਨਸਾਨ ਨੂੰ ਕੀ ਕਹੋਗੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੂਜਿਆਂ ਨੂੰ ਕਿਹਾ ਕਿ ਰਹਿਤ ਹੋ ਜਾਓ, ਇਹ ਤੁਹਾਨੂੰ ਠੱਗੇਗੀ, ਪਰ ਆਪ ਖੁਦ ਉਸੇ ਦੌੜ ਵਿੱਚ ਰਹੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਿਤ ਪੰਡਿਤ ਜਲ ਮੂਏ। ਜਿਨ੍ਹਾਂ ਨੂੰ ਇਹ ਮੂਰਖ ਕਹਿੰਦੇ ਸੀ ਕਿ ਤੁਸੀਂ ਦੁਨਿਆਵੀ ਲੋਕ ਮੂਰਖ ਹੋ, ਤੁਸੀਂ ਮਾਇਆ ਵਿੱਚ ਭਰਮੇ ਹੋ, ਕਹਿੰਦੇ ਇਹਨਾਂ ਦਾ ਉਪਦੇਸ਼ ਸੁਣ ਕੇ ਉਹ ਮੂਰਖ ਫਿਰ ਵੀ ਉੱਭਰੇ। ਉਹ ਸਮਝ ਕੇ ਵਾਕਿਆ ਕਿਤੇ ਜੀਵਨ ਦਾ ਨੁਕਸਾਨ ਨਾ ਹੋ ਜਾਏ, ਉਹ ਥੋੜ੍ਹਾ ਬਹੁਤਾ ਛੱਡ ਬੈਠੇ। ਕਹਿੰਦੇ ਆਪਣਾ ਸਾਰਾ ਜੀਵਨ ਜਿਹੜਾ ਹੈ ਉਹਦੇ ਵਿੱਚ ਹੀ ਖਰਾਬ ਹੋਇਆ। ਗੁਰੂ ਨਾਨਕ ਸਾਹਿਬ ਅਚਲ ਵਟਾਲੇ ਗਏ। ਹੁਣ ਇਸ ਗੱਲ ਦਾ ਅਨੁਭਵ ਬੜੀ ਸਰਲ ਗੱਲਾਂ 'ਚੋਂ ਵੀ ਸਮਝ ਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਕਿ ਉੱਥੇ ਇੱਕ ਨੇ ਸਮਾਧੀ ਲਾਈ ਹੈ ਕਿਸੇ ਜੋਗੀ ਆਦਿਕ ਨੇ। ਤਾਂ ਗੁਰੂ ਸਾਹਿਬ ਜੀ ਨੇ ਦੇਖਿਆ, ਹੁਣ ਇਹੀ ਗੱਲ ਹੈ ਕਿ ਇਹਦਾ ਵੇਸ ਉੱਜਲ ਹੈ, ਇਹਦੀ ਕਿਰਿਆ ਉੱਜਲ ਹੈ, ਬੜੀ ਚੰਗੀ ਹੈ, ਪਰ ਜਿਹੜਾ ਇਹਦਾ ਅੰਤਰੀਵ ਹੈ ਉਹ ਸਾਧਿਆ ਹੋਇਆ ਨਹੀਂ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਇਹਦਾ ਲੋਟਾ ਫੜ ਕੇ ਲੁਕਾ ਦੇ। ਲੁਕਾ ਦਿੱਤਾ। ਵਿੱਚ ਅੱਖ ਖੋਲ੍ਹ ਕੇ ਦੇਖਦਾ ਸੀ, ਜਦੋਂ ਦੇਖਿਆ ਲੋਟਾ ਨਹੀਂ, ਹਾਲ ਪਾਰਿਆ ਮਚਾ ਦਿੱਤੀ, ਰੌਲਾ ਪਾਉਣ ਲੱਗ ਪਿਆ, ਮੇਰਾ ਲੋਟਾ ਚੋਰੀ ਹੋ ਗਿਆ, ਲੋਟਾ ਚੋਰੀ ਹੋ ਗਿਆ। ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਪੰਡਿਤ ਜੀ ਜੋਗੀ ਜੀ, ਤੁਹਾਨੂੰ 3 ਲੋਕਾਂ ਵਿੱਚ ਦਿਖਦਾ ਹੈ, ਨਜ਼ਰ ਮਾਰ ਲਓ ਕਿਤੇ ਲੋਟਾ ਪਿਆ ਹੋਵੇ। ਤਾਂ ਫਿਰ ਉਹ ਜਾਣ ਗਿਆ ਕਿ ਨਹੀਂ, ਮੇਰੇ ਪਾਖੰਡ ਕਰਮ ਨੂੰ ਉਘੇੜਿਆ ਹੈ। ਅਤੇ ਕਹਿਣ ਲੱਗਾ ਜੀ ਨਹੀਂ, ਮੈਨੂੰ ਕੁਝ ਨਹੀਂ ਦਿਖਦਾ, ਮੈਂ ਤਾਂ ਮਾਇਆ ਦਾ ਅਰਥ ਰਚਿਆ ਹੋਇਆ, ਉਹ ਆਡੰਬਰ ਰਚਿਆ ਹੋਇਆ ਮੈਂ ਤਾਂ ਇੱਕ ਖਾਸ ਤਰ੍ਹਾਂ ਦਾ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਉਹਦੀ ਪਿੱਠ ਪਗਰ ਪਿਆ ਹੋਇਆ ਲੋਟਾ ਦਿਖਾ ਦਿੱਤਾ। ਇਸ ਕਰਕੇ ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਿਤ ਪੰਡਿਤ ਜਲ ਮੂਏ,
ਦੂਜਿਆਂ ਦੇ ਪ੍ਰਤੀ ਉਪਦੇਸ਼ ਦੀ ਧਾਰਨੀ ਕਰਾ ਕੇ ਉਹਨਾਂ ਨੂੰ ਵਿਦਿਤ ਕਰਵਾ ਦਿੱਤਾ, ਪਰ ਆਪ ਖਾਸ ਅਗਿਆਨ ਦੇ ਹਨੇਰੇ ਵਿੱਚ ਰਹੇ। ਇਸ ਕਰਕੇ ਮੈਂ ਕੁਝ ਦਫਾ ਰੋਜ਼ ਕਦੇ ਨਵਾਂ ਦੇਖਣ ਨੂੰ ਸਿੱਖਣ ਨੂੰ ਮਿਲਦਾ। ਕੱਲ੍ਹ ਕਿਸੇ ਵਿਸ਼ੇ ਬਾਰੇ ਨਵੀਂ ਜਾਣਕਾਰੀ ਮਿਲੀ ਤਾਂ ਮਨ ਦੇ ਵਿੱਚ ਪਹਿਲਾ ਖਿਆਲ ਪੈਦਾ ਹੋਇਆ ਕਿ ਬੰਦਾ ਜੇ ਜ਼ਿੰਦਗੀ ਭਰ ਪੜ੍ਹਦਾ ਖਿਆਲ ਦਾ ਵੀ ਰਹੇ ਤਾਂ ਮੁਸ਼ਕਿਲ ਦੇ ਨਾਲ ਰੁਪਈਏ ਕੁ ਦਾ ਗਿਆਨ ਉਹਨੂੰ ਹੋ ਸਕਦਾ ਹੈ। ਸਾਰੇ ਦਾ ਨਹੀਂ, ਰੁਪਈਏ ਕੁ ਦਾ ਹੀ ਗਿਆਨ ਹੋ ਸਕਦਾ ਮਹਾਂ ਹੀ, ਜੇ ਸਾਰੀ ਜ਼ਿੰਦਗੀ ਅੰਤਮ ਸਮੇਂ ਸਾਹ ਸਵਾਸ ਤੱਕ ਵੀ ਇਹ ਯਤਨ ਕਰੇ। ਅਤੇ ਜਿਹੜਾ ਅਸੀਂ ਅੱਜ ਗਿਆਨ ਦੇ ਵਿੱਚ ਚੱਲਦੇ ਹਾਂ, ਇਸ ਕਰਕੇ ਗਿਆਨੀ ਕੋਈ ਉੱਤਮ ਨਹੀਂ ਹੁੰਦੇ ਵੀ ਮੈਂ ਭੁਲੇਖਾ ਆਪ ਜੀ ਦਾ ਜੇ ਭਰਮ ਕਿਤੇ ਬਣਿਆ ਉਹ ਨਿਕਲ ਜਾਵੇ। ਗਿਆਨੀ ਕੋਈ ਉੱਤਮ ਨਹੀਂ ਹੁੰਦਾ, ਕਿਉਂਕਿ ਉਹਦੇ ਕੋਲ ਡੇਟਾ ਹੁੰਦਾ ਹੈ, ਉਹ ਡੇਟੇ ਦੇ ਵਿੱਚ ਹੀ ਚੱਲ ਰਿਹਾ ਹੁੰਦਾ। ਉਹਦਾ ਅੰਤਰੀਵ ਜੀਵਨ ਉਹਦੇ ਨਾਲ ਇੱਕ ਸੁਰ ਹੈ ਕਿ ਨਹੀਂ। ਇਹਦਾ ਮੈਂ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ, ਜਿਹੜੀ ਕਥਾਵਾਚਕਾਂ ਦੀ ਮਜਲਿਸ ਹੁੰਦੀ ਹੈ, ਕਦੇ ਸਾਨੂੰ ਲੱਗਦਾ ਬੜੀ ਉੱਚ ਖਿਆਲਾਂ ਦੀ ਹੋਏਗੀ, ਉਹ ਜਦੋਂ ਉਹਨਾਂ ਦੀ ਮਜਲਿਸ ਹੁੰਦੀ ਹੈ ਉਹਦੇ ਵਿੱਚ ਅਤ ਨੀਚ ਗੱਲਾਂ ਕੀਤੀਆਂ ਜਾਂਦੀਆਂ ਨੇ। ਅਤ ਨੀਚ ਬੰਦਾ ਸੋਚੇ ਵੀ ਇਹਦਾ ਸਟੇਜ 'ਤੇ ਜੀਵਨ ਹੈ ਆ, ਇੱਥੇ ਬੈਠਾ ਅਤ ਨੀਚ ਕਰ ਰਿਹਾ। ਉਹਨਾਂ ਦਾ ਜੀਵਨ ਧੰਦਾਕਾਰੀ ਦੇ ਵਿੱਚ ਹੈ, ਅਤੇ ਜਿਹੜਾ ਜੀਵਨ ਧੰਦਾਕਾਰੀ ਦੇ ਵਿੱਚ ਹੈ ਉਹ ਕਦੀ ਧਰਮ ਦਾ ਉਭਾਰ ਨਹੀਂ ਕਰ ਸਕਦਾ। ਇਸ ਕਰਕੇ ਇੱਥੋਂ ਤੱਕ ਵੀ ਹਾਲਤ ਹੈ, ਜਦੋਂ ਅਸੀਂ ਕਈ ਦਫਾ ਬੈਠਣਾ ਅਤੇ ਆਪਣਾ ਜੀਵਨ ਗੁਰੂ ਕਿਰਪਾ ਨਾਲ ਇੱਕ ਸੁਰ ਰੱਖੀਦਾ ਹੈ। ਜਦੋਂ ਕਿਤੇ ਬਾਹਰ ਜਾ ਕੇ ਥੋੜ੍ਹੀ ਵਿਚਾਰ ਦੀ, ਗੁਰਬਾਣੀ ਦੇ ਬੁੱਝਣ ਦੀ, ਕੋਈ ਸ਼ਬਦ ਦੇ ਰਹੱਸ ਦੀ ਗੱਲ ਕਰੀਦੀ ਹੈ ਤਾਂ ਅਕਸਰ ਕਹਿ ਦਿੰਦੇ ਉਹਨੂੰ ਸਟੇਜ ਤੱਕ ਸੀਮਿਤ ਰੱਖੋ ਜੀ, ਉਹ ਆਪਣਾ ਕਿਰਤ ਧੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹੀ ਗਿਆਨ ਦਾ ਪ੍ਰਕਾਸ਼। ਹੁਣ ਉਦਾਹਰਨ ਦੇ ਤੌਰ 'ਤੇ ਬੰਦਾ ਦੀਵੇ ਬਣਾਉਣੇ ਜਾਣਦਾ ਹੋਵੇ, ਘਰੇ ਕੋਲੂ ਵੀ ਲੱਗਾ ਹੋਵੇ, ਸਰੋਂ ਵੀ ਆਪਣੀ ਹੋਵੇ, ਕਪਾਹ ਵੀ ਆਪਣੀ ਹੋਵੇ, ਸਾਰਾ ਕੁਝ ਉਹਦੇ ਘਰੇ ਹੋਵੇ, ਇਹ ਸਾਰਾ ਕੁਝ ਵੱਖਰਾ ਬਣਾ ਕੇ ਰੱਖੀ ਜਾਵੇ ਅਤੇ ਉਹਦਾ ਇੱਕ ਦੀਵਾ ਬਣਾ ਕੇ ਸਰੋਂ ਨੂੰ ਪੀੜ ਕੇ, ਰੂੰ ਨੂੰ ਪਿੰਜ ਕੇ ਉਹਦਾ ਵੱਟੀ ਬਣਾ ਕੇ ਦੀਵਾ ਨਾ ਜਗਾਵੇ, ਅਤੇ ਇਹੋ ਜਿਹੇ ਘਰੇ ਕੋਲੂ ਹੋਣ ਨੂੰ, ਸਰੋਂ ਹੋਣ ਨੂੰ ਅਤੇ ਰੂੰ ਹੋਣ ਨੂੰ ਕਰਨਾ ਵੀ ਕੀ ਹੈ ਜੇ ਇੰਨਾ ਕੁਝ ਉਹਦੇ ਕੋਲ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਿਤ ਪੰਡਿਤ ਜਲ ਮੂਏ। ਜੇ ਤੇਰੇ ਕੋਲ ਬਹੁਤ ਵੱਡਾ ਗਿਆਨ ਪੁਸਤਕਾਂ ਦਾ ਭੰਡਾਰ ਹੈ, ਜਾਂ ਤੈਨੂੰ ਧਰਮ ਗ੍ਰੰਥਾਂ ਦੇ ਸਿਧਾਂਤ ਬੜੇ ਜ਼ੁਬਾਨੀ ਯਾਦ ਨੇ, ਤਾਂ ਇਹਦਾ ਕੀ ਕਰੀਏ? ਤੇਰਾ ਅੰਤਰੀਵ ਜੀਵਨ ਇਹਦੇ ਨਾਲ ਸਾਧਿਆ ਹੋਇਆ ਕਿ ਨਹੀਂ? ਭਗਤ ਕਬੀਰ ਸਾਹਿਬ ਜੀ ਕਹਿੰਦੇ ਵਿਸ਼ਾ ਇਸ ਗੱਲ ਦਾ ਹੈ। ਇਹ ਠੀਕ ਹੈ ਕਿ ਤੂੰ ਜਗਤ ਨੂੰ ਜਚਾਲੇਂਗਾ। ਹੁਣ ਲੋਕਾਂ ਨੂੰ ਇੱਕ ਬਾਣੀ ਨਹੀਂ ਕੰਠ ਹੁੰਦੀ, ਤੂੰ ਕਹੇਂਗਾ ਮੈਨੂੰ 50 ਕੰਠ ਹੈ, ਲੋਕ ਮੰਨ ਜਾਣਗੇ, ਪਰ ਲੋਕਾਂ ਨੂੰ ਇਹ ਨਹੀਂ ਪਤਾ ਇਹਨੂੰ ਡਾਟਾ ਯਾਦ ਹੈ। ਡਾਟੇ ਦੇ ਅੰਤਰੀਵ ਜਿਹੜਾ ਰਹੱਸ ਪਿਆ ਹੈ, ਜਿਹੜੀ ਰਮਝ ਪਈ ਹੈ, ਜਿਹਦੇ ਨਾਲ ਜੀਵਨ ਸਵਰਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਡੇਟੇ ਵਾਲੇ ਬੰਦੇ ਕੀ ਕਰਦੇ ਨੇ? ਸਾਨੂੰ ਇੱਕ ਬਦਾਮ ਦੀ ਵਸਤ ਹੈ, ਜੇ ਸਾਡੇ ਕੋਲ ਅੰਤਰੀਵ ਹੋਵੇ ਤਾਂ ਹੁਣ ਸਾਨੂੰ ਇਹ ਗਿਆਨ, ਸਾਨੂੰ ਕੋਈ ਬਦਾਮ ਪਕੜਾ ਦੇ, ਅਸੀਂ ਕਦੀ ਉਹਨੂੰ ਉਵੇਂ ਨਹੀਂ ਰੱਖ ਛੱਡਿਆ। ਸਾਡਾ ਅਗਲਾ ਯਤਨ ਹੁੰਦਾ ਇਹਨੂੰ ਤੋੜ ਕੇ ਇਹਦੇ ਵਿੱਚੋਂ ਗਿਰੀ ਪ੍ਰਗਟ ਕਰੀਏ ਅਤੇ ਉਹਦੇ ਨਾਲ ਆਪਣਾ ਸਵਾਦ ਪੂਰਾ ਕਰੀਏ। ਜਦੋਂ ਗਿਆਨ ਦਾ ਉਪਦੇਸ਼ ਜੋ ਮਿਲ ਗਿਆ, ਜਿੰਨਾ ਉਹਦਾ ਜ਼ਿਕਰ ਮਿਲ ਗਿਆ ਬਾਣੀ ਦੇ ਵਿੱਚ, ਉਹਨੂੰ ਆਪਣੇ ਜੀਵਨ ਦੇ ਅਭਿਆਸ ਵਿੱਚ ਜੋੜ ਕੇ ਰੋਜ਼ ਉਹਦੀ ਰਮਝ ਸਮਝ, ਜਦੋਂ ਰੋਜ਼ ਰਮਝ ਸਮਝੇਗਾ ਅਤੇ ਉਹ ਗਿਆਨ ਇਵੇਂ ਹੋ ਜਾਏਗਾ, ਉਹ ਕੁਰਲੀਆਂ ਵਾਲਾ ਗਿਆਨ ਨਹੀਂ ਰਹੇਗਾ, ਉਹ ਤੇਰੇ ਅੰਤਰੀਵ ਉਤਰਨ ਵਾਲਾ ਗਿਆਨ ਹੋ ਜਾਏਗਾ। ਅਤੇ ਜਦੋਂ ਉਹ ਉਤਰੇਗਾ ਉਦੋਂ ਤੂੰ ਠੀਕ ਬਣੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਿਤ ਪੰਡਿਤ ਜਲ ਮੂਏ, ਕਿ ਜਿਹੜੇ ਆਪਣੇ ਆਪ ਨੂੰ ਦੀਰਘ ਸਿਆਣੇ ਖਵਾਉਂਦੇ ਸਨ ਕਿ ਮੈਨੂੰ ਇਹਦੇ ਸੰਬੰਧ ਦੇ ਵਿੱਚ ਬੜਾ ਗਿਆਨ ਹੈ, ਤਾਂ ਪਰ ਕਹਿੰਦੇ ਉਹਨਾਂ ਦਾ ਗਿਆਨ ਜਿਵੇਂ ਹੈ ਉਹ ਇਵੇਂ ਹੋ ਗਿਆ। ਹੁਣ ਇਹਦੇ ਵਿੱਚ ਇੱਕ ਨਾ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ ਕਹਿੰਦੇ ਕਿਸੇ ਬੰਦੇ ਨੇ ਆਪਣੇ ਘਰ ਦੇ ਸਾਹਮਣੇ ਨਾ ਬਹੁਤ ਜ਼ਿਆਦਾ ਗੇਟਕੀਪਰ ਵਗੈਰਾ ਰੱਖੇ ਹੋਏ ਸਨ, ਸਾਰੇ ਘਰ ਦੀਆਂ ਤਰਫਾਂ ਦੇ, ਮਤਲਬ ਜਿੰਨੀਆਂ ਉਹਦੀਆਂ ਨੁੱਕਰਾਂ ਸਨ। ਤਾਂ ਕੀ ਹੋਇਆ ਕਿ ਉਹਦੇ ਘਰ ਦੇ ਵਿੱਚ ਚੋਰੀ ਹੋ ਗਈ। ਉਹ ਬੜਾ ਪਛੇਮਾਨ, ਕਹਿੰਦਾ 4 ਨੁੱਕਰਾਂ 'ਤੇ ਅਸੀਂ ਜਿਹੜੇ ਹਨ ਗਾਰਡ ਰੱਖੇ ਹੋਏ ਨੇ, ਤਾਂ ਚੋਰੀ ਕਿਵੇਂ ਹੋ ਗਈ? ਉਹ ਜਿਹੜੇ ਉਹਨਾਂ ਕੋਲ ਗਿਆ ਗਾਰਡਾਂ ਕੋਲ, ਕਹਿੰਦਾ ਇਸੇ ਨੁੱਕਰ 'ਤੇ ਖਲੋਂਦੇ ਰਹਿੰਦੇ? ਕਹਿੰਦੇ ਜੀ ਹਾਂਜੀ। ਕਹਿੰਦਾ ਸੌਂਦੇ 'ਤੇ ਨਹੀਂ? ਕਹਿੰਦਾ ਜੀ ਨਹੀਂ, ਬਿਲਕੁਲ ਡਿਊਟੀ 'ਤੇ ਮੁਸਤੈਦ ਰਹਿੰਦੇ। ਕਹਿੰਦਾ ਫਿਰ ਚੋਰੀ ਕਿਵੇਂ ਹੋ ਗਈ? ਫਿਰ ਸਾਰਾ ਆਲਾ ਦੁਆਲਾ ਦੇਖਿਆ, ਘਰ ਦੀ ਇੱਕ ਤਰਫ ਜਿਹੜੀ ਸੀ ਸੁਰੰਗ ਕਰਕੇ ਸੰਨ ਲਗਾਈ ਹੋਈ ਸੀ, ਸੁਰੰਗ ਦੇ ਦੁਆਰਾ ਚੋਰ ਪ੍ਰਵੇਸ਼ ਕਰ ਗਏ। ਆਪਣੇ ਆਪ ਨੂੰ ਸਮਝਿਆ, ਮਤਲਬ ਇਹਦੇ ਵਿੱਚ ਗੱਲ ਇਹ ਕਹਿਣ ਦਾ ਯਤਨ ਕਰ ਰਿਹਾ ਕਿ ਇਹ ਸਮਝਿਆ ਕਿ ਜਿਵੇਂ ਕ੍ਰੋਧ ਹੈ, ਕ੍ਰੋਧ ਦੀਆਂ ਅੱਗੇ ਜਾ ਕੇ 24 ਪ੍ਰਵਿਰਤੀਆਂ ਬਣਦੀਆਂ ਨੇ। ਮੈਨੂੰ 24 ਪ੍ਰਵਿਰਤੀਆਂ ਬਾਰੇ ਪਤਾ ਹੈ, ਪੰਡਿਤ ਬੰਦੇ ਦੀ ਗੱਲ ਹੈ ਕਿ ਇਹਨਾਂ 4 ਪ੍ਰਵਿਰਤੀਆਂ ਦੁਆਰਾ ਕ੍ਰੋਧ ਆ ਸਕਦਾ, ਉਂਝ ਨਹੀਂ ਆ ਸਕਦਾ। ਉਹਨਾਂ ਨੂੰ ਸਮਝ ਕੇ ਆਪਣੇ ਅੰਡਰ ਕਰ ਲਿਆ, ਪਰ ਇਹ ਨਹੀਂ ਸੀ ਪਤਾ ਕਿ ਮਾਇਆ ਕਿਸੇ ਰੂਪ ਦੇ ਵਿੱਚ ਆ ਕੇ ਵੀ ਗਰਸ ਸਕਦੀ ਹੈ, ਕ੍ਰੋਧ ਕਿਸੇ ਰੂਪ ਦੇ ਵਿੱਚ ਵੀ ਮੇਰੇ ਅੰਦਰ ਆ ਕੇ ਦਾਖਲ ਹੋ ਸਕਦਾ ਹੈ। ਅਤੇ ਜਿਹੜੇ ਆਪਣੇ ਗਿਆਨ ਦੇ ਗਾਰਡ ਖੜ੍ਹੇ ਕੀਤੇ ਸਨ, ਉਹ ਵੀ ਜਿਹੜੇ ਕਹਿੰਦੇ ਉਹ ਨਿਸ਼ਫਲ ਹੋ ਗਏ,
ਕਿ ਕਿਸੇ ਹੋਰ ਤਰੀਕੇ ਨਾਲ ਹੀ ਮਾਇਆ ਠੱਗ ਗਈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਭਾਵ ਨਾਲ ਠੱਗ ਗਈ ਕਿ ਮੇਰੀ ਆਤਮਾ ਨੂੰ ਪਾਪ ਨਹੀਂ ਲੱਗਦਾ, ਪਰ ਇਸ ਗੱਲ ਤੋਂ ਅਣਜਾਣ ਰਹੇ। ਇਸ ਤਰ੍ਹਾਂ ਦੇ ਸਾਡੇ ਮਿਲ ਜਾਂਦੇ ਨੇ, ਅੱਜ ਬਹੁਤ ਨੇ। ਅਸੀਂ ਹੁਣ ਤਾਂ ਚਲੋ ਅਸੀਂ ਆਪਣਾ ਜੀਵਨ ਇਹਨਾਂ ਨਾਲ ਅਨਕਨੈਕਟ ਕਰ ਲਿਆ, ਬੜੇ ਦੇਖਣ 'ਚ ਇਸ ਤਰ੍ਹਾਂ ਦੇ ਮਿਲ ਜਾਂਦੇ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਤ ਪੰਡਤ ਜਲ ਮੂਏ, ਜਿਹੜੇ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਸਨ, ਗਿਆਨ ਦਾ ਬੜਾ ਧਨ ਸੀ ਉਹਨਾਂ ਕੋਲ, ਪਰ ਉਹੀ ਧਨ ਉਹਨਾਂ ਦੀ ਰੱਖਿਆ ਨਾ ਕਰ ਸਕਿਆ। ਉਹ ਉਸੇ ਹੀ ਵਾਸਨਾ, ਉਸੇ ਤ੍ਰਿਸ਼ਨਾ ਦੇ ਵਿੱਚ ਮਰੇ ਜਿਹਦੇ ਵਿੱਚ ਆਮ ਲੋਕ ਮਰਦੇ, ਪਰ ਦੂਜਿਆਂ ਦੀ ਖੂਬਸੂਰਤੀ ਦੱਸ ਰਹੇ ਹਨ ਕਿ ਮੂਰਖ ਉਭਰੇ ਭਾਗ। ਜਦੋਂ ਅੰਦਰ ਇਹ ਵਾਸਨਾ ਦੀ ਅੱਗ ਲੱਗੀ ਤਾਂ ਸੰਸਾਰੀ ਗੁਰੂ ਕੋਲ ਜਾ ਬੈਠੇ, ਜਾ ਕੇ ਗੁਰੂ ਦੇ ਕੋਲ ਅਰਦਾਸ ਬੇਨਤੀ ਕੀਤੀ, ਮਹਾਰਾਜ ਸਾਡੀ ਰੱਖਿਆ ਕਰ। ਅਤੇ ਜਿਹੜੇ ਪੰਡਤ ਲੋਕ ਸਨ, ਜੇ ਉਹਨਾਂ ਨੂੰ ਕਿਸੇ ਨੇ ਕਹਿ ਵੀ ਦਿੱਤਾ ਕਿ ਤੁਸੀਂ ਕਿਸੇ ਵਕਾਰ ਅਧੀਨ ਹੋ, ਅਤੇ ਅੱਗੋਂ ਉਹਨੂੰ ਵਿਆਖਿਆ ਬਣਾ ਕੇ ਦੇਣ ਲੱਗ ਪਏ, ਤੈਨੂੰ ਕੀ ਪਤਾ ਵਕਾਰ ਕੀ ਹੁੰਦੇ ਨੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਦਾ ਪੰਡਤਪੁਣਾ ਵੀ ਡੋਬ ਦਿੰਦਾ ਹੈ, ਅਤੇ ਸੰਸਾਰੀਆਂ ਦਾ ਜਿਹੜਾ ਮੂਰਖ ਹੋਣਾ ਹੈ ਜਾਂ ਥੋੜ੍ਹਾ ਘੱਟ ਸਮਝ ਹੋਣਾ ਹੈ, ਉਹ ਵੀ ਉਹਨਾਂ ਨੂੰ ਤਾਰ ਦਿੰਦਾ ਹੈ। ਇਸ ਕਰਕੇ ਇੱਕ ਹੋਰ ਅੰਤਰੀਵ ਸਮੱਸਿਆ ਦੱਸਦਾ, ਕਿਸੇ ਦਫਾ ਜ਼ਿਕਰ ਚੱਲਦਾ। ਜਿਹੜੇ ਆਮ ਸਤਸੰਗੀ ਨੇ, ਆਮ ਸ਼ਬਦ ਮੈਂ ਕਿਸੇ ਹੋਰ ਅਰਥ 'ਚ ਨਹੀਂ ਵਜਾ ਰਿਹਾ, ਆਮ ਦਾ ਮਤਲਬ ਜਿਨ੍ਹਾਂ ਦੇ ਅੰਦਰ ਸ਼ਰਧਾ ਭਾਵਨਾ ਬੜੀ ਉੱਚੀ ਹੈ, ਉਹ ਨਿਤਨੇਮ ਦੇ ਕਰਮ ਨੂੰ ਪ੍ਰਮੁੱਖਤਾ ਨਾਲ ਕਰਦੇ ਨੇ, ਅਤੇ ਉਹ ਮੰਨਦੇ ਨੇ ਕਿ ਜੇ ਇਹ ਕਰਮ ਸਾਡਾ ਹੋ ਗਿਆ ਤਾਂ ਅਸੀਂ ਤਾਂ ਗੁਰੂ ਨਦਰ 'ਚ ਪ੍ਰਵਾਨ ਚੜ੍ਹਾਂਗੇ। ਜਿਹੜੇ ਗਿਆਨੀ ਹੋ ਜਾਂਦੇ ਨੇ ਉਹ ਕਹਿੰਦੇ ਇਸ ਕਰਮ ਦੀ ਲੋੜ ਹੀ ਨਹੀਂ ਹੈ। ਇਹ ਇੰਟੀਰੀਅਰ ਗੱਲ ਹੈ, ਮੈਂ ਤਾਂ ਸਾਂਝੀ ਕਰ ਰਿਹਾ ਕਿ ਤੁਹਾਨੂੰ ਸਪਸ਼ਟ ਹੋ ਜਾਏ ਕਿ ਜਿਹੜੇ ਪੰਡਤ ਜ਼ਿਆਦਾ ਸਿਆਣੇ ਹੁੰਦੇ ਨੇ, ਹੁੰਦੇ ਕੀ ਨੇ ਆਪਣੇ। ਇਸ ਕਰਕੇ ਉਹ ਜਿਹੜਾ ਸਵੇਰ ਵੇਲੇ ਦਾ ਅਭਿਆਸ ਹੈ ਉਹਨੂੰ ਵੀ ਰੱਦ ਕਰਦੇ ਨੇ, ਆਪਣੇ ਜਿਹੜੇ ਨਿਤਨੇਮ ਦੇ ਅਭਿਆਸ ਹੈ ਉਹਨੂੰ ਵੀ ਰੱਦ ਕਰਦੇ ਨੇ, ਸੇਵਾ ਦੀ ਉੱਚਤਾ ਨੂੰ ਵੀ ਰੱਦ ਕਰਦੇ ਨੇ। ਮਤਲਬ ਕਿ ਆਪਣੇ ਜੀਵਨ ਦੇ ਵਿੱਚ ਇੰਨੇ ਹੌਲੇ ਹੋ ਜਾਂਦੇ ਨੇ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਉਹ ਗੱਲ ਹੋ ਗਈ ਕਿ ਜਿਵੇਂ ਮਾਇਆਧਾਰੀ ਬੰਦਾ ਧਨ ਦਾ ਰਖਵਾਲਾ ਹੁੰਦਾ, ਮਾਲਕ ਨਹੀਂ ਹੁੰਦਾ, ਉਂਝ ਹੀ ਇਹ ਗਿਆਨ ਦੀ ਰਾਸ ਆਪਣੇ ਕੋਲ ਇਕੱਠੀ ਕਰਕੇ ਜਗਤ ਨੂੰ ਤਾਂ ਗਿਆਨੀ ਬਣਾ ਕੇ ਦਿਖਾ ਦਿੱਤਾ, ਪਰ ਅੰਦਰ ਅਗਿਆਨ ਦਾ ਹਨੇਰਾ ਚੱਲਦਾ ਰਿਹਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਤ ਪੰਡਤ ਜਲ ਮੂਏ, ਇਹ ਇਸੇ ਤਰ੍ਹਾਂ ਦੀ ਤ੍ਰਿਸ਼ਨਾ ਵਾਸਨਾ ਦੇ ਵਿੱਚ ਜਲ ਕੇ ਖਚਤ ਹੋ ਗਏ। ਪਰ ਜਿਹੜੇ ਦੂਜੇ ਮੂਰਖ ਉਭਰੇ ਭਾਗ, ਜਿਨ੍ਹਾਂ ਨੂੰ ਥੋੜ੍ਹੀ ਵੀ ਇਹਦੇ ਬਾਰੇ ਸਮਝ ਆ ਗਈ, ਹੌਲੀ ਹੌਲੀ ਆਪਣੇ ਆਪ ਨੂੰ ਸੁਚੇਤ ਕਰਦੇ ਗਏ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ। ਸਾਨੂੰ ਦੋਵੇਂ ਚੀਜ਼ਾਂ ਭਗਤ ਕਬੀਰ ਸਾਹਿਬ ਜੀ ਨੇ ਸਮਝਾਈਆਂ ਨੇ ਕਿ ਜੇ ਪੰਡਤ ਬਣਨਾ ਹੈ ਤਾਂ ਉਸ ਗਿਆਨ ਦਾ ਪਹਿਲਾਂ ਲਾਭ ਆਪ ਉਠਾ, ਕਿ ਪਹਿਲਾਂ ਆਪਣੇ ਆਪ ਨੂੰ ਉਹਦੇ ਨਾਲ ਠੀਕ ਕਰ, ਫਿਰ ਦੂਜੇ ਨੂੰ ਪ੍ਰਬੋਧਨ ਦਾ ਕਾਰਜ ਕਰ। ਅਤੇ ਜੇ ਮੂਰਖਤਾ ਹੈ ਤਾਂ ਗੁਰੂ ਦੇ ਸ਼ਬਦ ਨਾਲ ਆਪਣੇ ਜੀਵਨ ਦੇ ਅੰਤਰੀਵ ਨੂੰ, ਗਿਆਨ ਨੂੰ ਜਾਣ ਕੇ ਦਸਾਂ ਦਿਸ਼ਾ ਨੂੰ ਅੱਗ ਕਿਵੇਂ ਲੱਗੀ ਹੋਈ ਹੈ ਅਤੇ ਅੱਗ ਬੁਝਾਉਣ ਦਾ ਯਤਨ ਕਿਵੇਂ ਕਰਨਾ ਹੈ। ਇਸ ਕਰਕੇ ਜੇ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਵਾਕ ਕਹਿੰਦੇ ਕਿ ਬਾਹਰ ਦੀ ਜੇ ਅੱਗ ਲੱਗੀ ਹੋਵੇ, ਜੇ ਘਰ ਦੇ ਅੰਦਰ ਅੱਗ ਲੱਗੀ ਹੋਵੇ ਤਾਂ ਬਾਹਰੋਂ ਬੁਝਾਈ ਸਕਦੀ ਹੈ, ਜੇ ਘਰ ਦੇ ਅੰਦਰ ਲੱਗਦੀ ਤਾਂ ਫਿਰ ਬੰਦਾ ਕੀ ਕਰੇ। ਇਸ ਕਰਕੇ ਉਹਦੇ ਵਿੱਚ ਆਉਂਦਾ ਮਾਇਆ ਡਰਬ ਡਰਬ ਹਾਰ ਗੁਰਦੁਆਰਿਆ ਜਾਵੇ, ਤਾਹਾਂ ਜੋ ਵਿਆਪੈ ਮਾਇਆ ਕਹੋਂ ਕੈਸੇ ਧਾਈ ਹੈ। ਕਿ ਮਾਇਆ ਤੋਂ ਡਰਦਾ ਬੰਦਾ ਗੁਰੂ ਘਰ ਜਾਂਦਾ ਹੈ, ਮਾਇਆ ਦੇ ਵਿਕਾਰਾਂ ਤੋਂ। ਜੇ ਉੱਥੇ ਜਾ ਕੇ ਵੀ ਇਹ ਚੀਜ਼ਾਂ ਬੰਦੇ ਨੂੰ ਗਰਸ ਲੈਣ, ਫਿਰ ਬੰਦਾ ਕਿੱਥੇ ਜਾਵੇ। ਇਹਦਾ ਭਾਵ ਹੈ ਕਿ ਕਥਾ ਦਾ ਜਿਹੜਾ ਡਿਸਕੋਰਸ ਹੈ ਉਹ ਉੱਚਾ ਹੋਣਾ ਚਾਹੀਦਾ, ਤਾਂ ਕਿ ਬੰਦਿਆਂ ਦੀ ਸੁਰਤ ਨੂੰ, ਉਹਨਾਂ ਦੀ ਬੁੱਧੀ ਨੂੰ ਵੱਡਾ ਖਿਆਲ ਮਿਲੇ, ਅਤੇ ਉਹ ਗੁਰੂ ਸ਼ਬਦ ਦੇ ਗਿਆਨ ਨਾਲ ਵੀ ਜੁੜਨ, ਅਤੇ ਗਿਆਨ ਦੇ ਅਭਿਆਸ ਨਾਲ ਵੀ ਜੁੜਨ, ਅਤੇ ਗਿਆਨ ਦਾ ਅਨੁਭਵ ਵੀ ਕਮਾਉਣ। ਜਿਵੇਂ ਅਸੀਂ ਕਹਿੰਦੇ ਰੋਜ਼ਾਨਾ, ਮੈਨੂੰ ਕੱਲ੍ਹ ਹੀ ਕਿਸੇ ਨੇ ਪੁੱਛਿਆ ਕਿ ਤੁਸੀਂ ਰੋਜ਼ ਕਹਿੰਦੇ ਸ਼ਬਦ ਦੇ ਨੇੜੇ ਬੈਠਣਾ, ਇਹ ਕੀ ਹੁੰਦਾ ਹੈ ਜੀ। ਕਹਿੰਦੇ ਅਸੀਂ ਰੋਜ਼ ਸਤਸੰਗ 'ਚ ਤਾਂ ਆਉਂਦੇ ਹਾਂ। ਮੈਂ ਕਿਹਾ ਜੀ ਇਹ ਇੱਕ ਕਿਰਿਆ ਹੈ, ਇੱਕ ਕਿਰਿਆ ਦਾ ਇੱਕ ਰੂਪ ਹੈ। ਰੋਜ਼ਾਨਾ ਸ਼ਬਦ ਦੇ ਨੇੜੇ ਬਹਿਣ ਦਾ ਮਤਲਬ ਹੈ ਕਿ ਕੋਈ ਇੱਕ ਪੰਗਤੀ ਜਿਹੜੀ ਤੁਹਾਨੂੰ, ਇਸ ਕਰਕੇ ਇੱਥੇ ਵੀ ਆਪਣੀ ਅਵਸਥਾ ਨੂੰ ਵਾਚੋ ਕਿ ਜਿਹੜੀ ਪੰਗਤੀ ਤੁਹਾਨੂੰ ਕਿਸੇ ਦਿਨ ਪ੍ਰਭਾਵਿਤ ਕਰਦੀ ਹੈ ਜਾਂ ਬਾਰ-ਬਾਰ ਤੁਹਾਡੇ ਖਿਆਲ 'ਚ ਆਉਂਦੀ ਹੈ, ਇਹਦਾ ਮਤਲਬ ਸ਼ਬਦ ਦੀ ਰਹਿਮਤ ਤੁਹਾਡੇ ਨੇੜੇ ਆ ਰਹੀ ਹੈ। ਉਹਦੀ ਕਿਸੇ ਨਾਲ ਵਿਚਾਰ ਕਰੋ। ਜੇ ਵਿਚਾਰ ਨਹੀਂ ਕਰ ਸਕਦੇ ਉਹਦਾ ਬਹੁਤ ਜ਼ਿਆਦਾ ਗਾਇਨ ਕਰੋ। ਜੇ ਗਾਇਨ ਨਹੀਂ ਕਰ ਸਕਦੇ ਤਾਂ ਉਸ ਪੰਗਤੀ ਨੂੰ ਵਾਰ-ਵਾਰ ਸੁਣੀ ਜਾਓ। ਤੁਹਾਡੇ ਅੰਦਰ ਸ਼ਬਦ ਦਾ ਰਹੱਸ ਖੁੱਲ੍ਹੇਗਾ ਅਤੇ ਜੀਵਨ ਦੇ ਵੱਡੇ ਅਨੁਭਵ ਸਮਝ ਆਉਣਗੇ, ਅਤੇ ਗੁਰੂ ਦੇ ਨੇੜੇ ਸਾਡਾ ਬੈਠਣਾ ਹੋ ਜਾਏਗਾ। ਗੁਰੂ ਕਿਰਪਾ ਕਰੇ, ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸ਼ਬਦ ਦਾ ਭਾਵ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਨਾਲ ਪਾਵਨ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।